चरण शरण गुर एक पैंडा जाए चल, एक पैंडा जाए चल। सतगुर कोट पैंडा आगे होए लेत है। एक बार सतगुर मंत्र सिमरन मात्र, मंत्र सिमरन मात्र। सिमरन ताहे बारंबार गुर हेत है। भावनी भगत भाई कौडी अगर भाग राख, कौडी अगर भाग राख। ताहे गुर सर्व निधान दान देत है। सतगुर दया निधो महिमाया गाध बोध, महिमाया गाध बोध। नमो 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 नेत 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 है। जाना तेरी जिमें सार न जाना तेरी, सार न जाना तेरी, सार न जाना तेरी। सार न जाना तेरी, सार न जाना तेरी, सार न जाना तेरी जीवन, हार न जाना तेरी। सार न जाना तेरी, सार न जाना तेरी, सार न जाना तेरी जी मैं, सार न जाना तेरी। सार न जाना तेरी, सार न जाना जी, सार न जाना तेरी, सार न जाना तेरी। सार न जाना तेरी, सार न जाना तेरी, सार न जाना तेरी जी मैं, सार न जाना तेरी। तू ठाकुर बैरागर मैं जेही कण चेरी राम, तू सागर रत्नागर। हो सार न जाना तेरी राम, सार न जाना तू वरदाना। कर में रहमत साईं, कृपा कीजे सामत दीजे। आठ पहर तुद ध्याई, गर्व न कीजे रहन हुईजे। तांगत जीअर तेरी, सब पर नानक का ठाकुर।
मैं जे ही खण चेरी राम ज्ञान ध्यान दा पता ना जी कोई सारना मैं तेरी जानदा ज्ञान ध्यान दा पता ना कोई सारना मैं तेरी जानदा ज्ञान ध्यान दा पता ना कोई बताना अब बताना जी कोई सारना मैं तेरी जानदा ध्यान दा पता ना जी कोई सारना मैं तेरी जानदा सारना मैं जी तेरी जानदा सारना मैं जी तेरी जानदा सारना मैं जी तेरी जानदा तेरी जानदा ज्ञान ध्यान दा पता ना कोई सारना मैं तेरी जानदा ध्यान दा पता ना जी कोई सारना मैं तेरी जानदा तुमरी शरण तुम्हारी आशा तुम ही सजन सहेले राखो राखण हार दयाला नानक घर के गोले फिरत प्रभु आया परया तो शरणाए नानक की प्रभु बेनती अपनी भक्ति लाए आए प्रभु शरणागति कृपा निध दयाल एक अखर हर मन वस्तु नानक होत निहाल गुरु जी सतनाम श्री वाहिगुरु मोको चरै जातर गट पिंग गिरन चढ़ जाए अंधल के बदरो सुने जो काल कृपा कराए खाद पीत खेलत हस्त भर में जन्म अनेक भव जल ते काटो प्रभु नानक तेरी टेक बंद
ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਕਰ ਕਿਰਪਾ ਦਿਓ ਮੋਹਿ ਨਾਮਾ ਕਿਰਪਾ ਦਿਓ ਮੋਹਿ ਨਾਮਾ ਕਿਰਪਾ ਦਿਓ ਮੋਹਿ ਨਾਮਾ ਕਿਰਪਾ ਦਿਓ ਮੋਹਿ ਨਾਮਾ ਕਰ 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 ਕਿਰਪਾ ਦਿਓ ਮੋਹਿ ਨਾਮਾ ਬਾਧਿਓ ਮੋਹਿ ਨਾਮਾ ਬਾਧਿਓ ਮੋਹਿ ਨਾਮਾ ਬਾਧਿਓ ਮੋਹਿ ਨਾਮਾ ਕਰ ਕਿਰਪਾ ਦਿਓ 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 ਮੋਹਿ ਨਾਮਾ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦੇ ਮੋਹਿ ਨਾਮਾ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ ਬਹੁਤਾ ਦਰਬਾਵੇ ਮਰਦੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਾਧ ਸੰਗਤ ਜਿਤਨੇ ਵੀ ਮਾਈ ਭਾਈ ਦੂਰੋਂ ਨੇੜੇ ਚੱਲ ਕਰਕੇ ਜੁਗੋ ਜੁਗ ਟਲ ਸ਼ਬਦ ਦਾ ਅਵਤਾਰ ਗੁਰਤਾ ਗੱਦੀ ਤੇ ਬਿਰਾਜਮਾਨ ਚਵਰ ਤਖਤ ਦੇ ਮਾਲਕ ਬਾਲੀ ਦੋ ਜਹਾਨ ਸਾਰੀ ਦੁਨੀਆ ਦੇ ਸਾਂਝੇ ਰਹਿਬਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚੇ ਹੋ। ਗੁਰਮੁਖ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਹੋਇਆ ਧੁਰਕੀ ਬਾਣੀ ਦੇ ਰੱਬੀ ਬਾਣੀ ਦੇ ਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਸਤਿਗੁਰੂ ਜੀ ਦੀ ਬਹੁਤ ਵੱਡੀ ਮਹਾਨ ਰਹਿਮਤ ਬਖਸ਼ਿਸ਼ ਹੋਈ ਹੈ। ਇਲਾਹੀ ਬਾਣੀ ਦੇ ਜਾਪ ਥੋੜਾ ਟਾਈਮ ਪਹਿਲਾਂ ਸੰਪੂਰਨ ਹੋ ਚੁੱਕੇ ਹਨ। ਤਕਰੀਬਨ ਕਈ ਸਾਲਾਂ ਤੋਂ ਗੁਰਮੁਖ ਪਰਿਵਾਰ ਇਸੇ ਤਰ੍ਹਾਂ ਜਦੋਂ ਵੀ ਇਹ ਦੁਸਹਿਰੇ ਦਾ ਦਿਨ ਆਉਂਦਾ ਸਾਲ ਤੋਂ ਬਾਅਦ ਸਤਿਗੁਰੂ ਜੀ ਦਾ ਆਪਣੇ ਵੱਲੋਂ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ। ਸਾਧ ਸੰਗਤ ਜਿੱਥੇ ਅੱਜ ਦੁਸਹਿਰੇ ਦਾ ਜਿਹੜਾ ਬਹੁਤ ਵੱਡਾ ਮੇਲਾ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਔਰ ਨਗਰਾਂ ਦੇ ਵਿੱਚ ਵੀ ਲੋਕ ਰਲ ਮਿਲ ਕਰਕੇ ਮਨਾਉਂਦੇ ਹਨ। ਭਾਵੇਂ ਇਹੋ ਜਿਹੇ ਵੱਡੇ ਵੱਡੇ ਮੇਲਿਆਂ ਤੋਂ ਕਿਸੇ ਨੂੰ ਕੋਈ ਵਿਸ਼ੇਸ਼ ਤੌਰ 'ਤੇ ਲਾਭ ਤਾਂ ਨਹੀਂ ਪ੍ਰਾਪਤ ਹੁੰਦਾ ਹੈ। ਦੁਸਹਿਰਾ ਮਨਾਉਣਾ ਸਫਲਾ ਉਹਨਾਂ ਦਾ ਹੈ
ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁਸਹਿਰਾ 10 ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਪਾਪਾਂ ਦਾ ਸਦਾ ਦੇ ਲਈ ਤਿਆਗ ਕਰ ਦਿੱਤਾ ਹੈ। ਸਤਿਗੁਰੂ ਜੀ ਨੇ ਵੀ ਬੜੇ ਹੋ ਜੇ ਵਚਨ ਆਪਣੀ ਰਸਨਾ ਤੋਂ ਉਚਾਰਨ ਕੀਤੇ ਨੇ। ਨੈ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਵੇਖ ਨਾਸੰ। ਜਦੋਂ ਵੀ ਆਪਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਜਾਂਦੇ ਆ, ਇੱਥੇ ਤਾਂ ਆਪਾਂ ਨੂੰ ਕੇਵਲ ਤੇ ਕੇਵਲ ਸੇਵਾ ਔਰ ਭਗਤੀ ਦੇ ਪ੍ਰਵਚਨ ਸੁਣਨ ਵਾਸਤੇ ਹੀ ਪ੍ਰਾਪਤ ਹੁੰਦੇ ਨੇ। ਪਰ ਅੱਜ ਦੇ ਦਿਨ ਜਿਹੜਾ ਰਾਵਣ ਦੇ ਬਹੁਤ ਵੱਡੇ ਵੱਡੇ ਬੁੱਤ ਵੀ ਬਣਾ ਕਰਕੇ ਸਾੜੇ ਜਾਂਦੇ ਨੇ, ਉਸ ਥਾਂ 'ਤੇ ਕਈ ਦਫਾ ਕੋਈ ਹੋ ਜਿਹਾ ਉਹ ਅਚਾਨਕ ਲੜਾਈ ਝਗੜਾ ਲੋਕਾਂ ਦੇ ਵਿੱਚ ਖੜਾ ਹੋ ਗਿਆ। ਬਿਨਾਂ ਹੀ ਗੱਲ ਤੋਂ ਆਪਣਾ ਨੁਕਸਾਨ ਵੀ ਕਰਵਾ ਲੈਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਵਿੱਚ ਜਿਤਨੇ ਵੀ ਵੱਡੇ ਵੱਡੇ ਜੋੜ ਮੇਲੇ ਸੰਗਤਾਂ ਬੜੇ ਪਿਆਰ ਦੇ ਨਾਲ ਮਨਾਉਂਦੀਆਂ ਨੇ। ਵਿਸਾਖੀ ਦਾ ਕਿਤਨਾ ਵੱਡਾ ਮਹਾਨ ਗੁਰਪੁਰਬ ਹੈ। ਇਸੇ ਤਰ੍ਹਾਂ ਹੋਲਾ ਮਹੱਲਾ ਆਨੰਦਪੁਰ ਦੀ ਪਾਵਨ ਧਰਤੀ 'ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਹਨ। ਇਸ ਥਾਂ 'ਤੇ ਜਿਹੜਾ ਵੀ ਜਾਏਗਾ, ਅਗਰ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੌਂਕ ਹੈ, ਪਿਆਰ ਹੈ ਸੇਵਾ ਔਰ ਭਗਤੀ ਕਰਨ ਦਾ, ਉਹਨਾਂ ਨੂੰ ਗੁਰੂ ਕੇ ਲੰਗਰਾਂ ਦੇ ਵਿੱਚ ਭਾਂਡੇ ਮਾਂਜਣ ਦੀ, ਝਾੜੂ ਵਗੈਰਾ ਲਾਉਣ ਦੀ ਸੇਵਾ ਆਪਣੇ ਆਪ ਹੀ ਪ੍ਰਾਪਤ ਹੋ ਜਾਣੀ ਹੈ। ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕੋਈ ਹੋ ਜਿਹਾ ਸ਼ੋਭਾ ਗੁਣ ਤਾਰਨ ਤਾਂ ਨਹੀਂ ਕੀਤਾ ਹੈ, ਵੱਡੇ ਵੱਡੇ ਇਕੱਠਾਂ ਦੇ ਵਿੱਚ ਹਾਸਾ ਮਖੌਲ ਕਰਕੇ ਵਾਪਸ ਮੁੜ ਆਏ, ਫਾਇਦਾ ਕੀ ਹੋਣਾ ਹੈ? ਇਹੋ ਜਿਹੇ ਵੱਡੇ ਵੱਡੇ ਇਕੱਠਾਂ ਵਕੱਟਾਂ ਦੇ ਵਿੱਚ ਜਾ ਕਰਕੇ। ਪਰ ਗੁਰੂ ਬਾਬਾ ਜੀ ਨੇ ਕੈਸੀ ਇਹ ਸੁੰਦਰ ਪਰਪਾਟੀ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਪ੍ਰਚਲਿਤ ਕੀਤੀ ਹੈ। ਜਿਹੜਾ ਵੀ ਕੋਈ ਪ੍ਰਾਣੀ ਮਹਾਰਾਜ ਦੇ ਦਰਬਾਰ ਦੇ ਵਿੱਚ ਜਾਏ ਹੋ ਜੇ ਸਮਾਗਮਾਂ ਦੇ ਵਿੱਚ ਚੱਲ ਕਰਕੇ ਆ ਗਿਆ, ਜਿਤਨਾ ਕਿ ਵੀ ਕਿਸੇ ਪਾਸ ਟਾਈਮ ਹੈ, ਚਾਹੇ ਥੋੜਾ ਚਾਹੇ ਬਹੁਤ ਹੈ, ਉੱਥੇ ਫਿਰ ਸਾਡੇ ਕੰਨ ਦੇ ਵਿੱਚ ਧਰਮ ਦੀ ਵਿਚਾਰੀ ਪੈਗੀ। ਭਗਤ ਕਬੀਰ ਜੀ ਨੇ ਵੀ ਸ਼ਲੋਕਾਂ ਦੇ ਵਿੱਚ ਬਚਨ ਕੀਤੇ ਨੇ ਵੀ ਜਿਹੜੇ ਹੋ ਜੇ ਸ਼ੁਭ ਧਰਮ ਦੇ ਕਾਰਜ ਹਨ, ਉਹਨਾਂ ਨੂੰ ਤਾਂ ਕਰਨ ਵਾਸਤੇ ਕਦੇ ਵੀ ਮਨੁੱਖ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਹੈ। ਕਬੀਰ ਕਾਲ ਕਰੰਤਾ ਅਵੈ ਕਰ ਅਬ ਕਰਤਾ ਸੋਇ ਤਾਲ। ਪਾਛਕ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ। ਸਤ ਸੰਗ ਦੀ ਜਿਹੜੀ ਮਹਿਮਾ ਵਡਿਆਈ, ਇਹੋ ਜਿਹੇ ਮਹਾਂਪੁਰਖਾਂ ਨੇ ਵੀ ਬਾਰ ਬਾਰ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ। ਜਿਹੜੇ ਵੀ ਮਾਈ ਭਾਈ ਗੁਰਮੁਖਾਂ ਦੇ ਸੱਦੇ ਪੱਤਰ 'ਤੇ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਨੇ ਵੀ ਚਾਹ ਪਕੌੜੇ ਵਗੈਰਾ ਛਕ ਲਏ ਹਨ, ਰੌਲੇ ਗੋਲੇ ਤੋਂ ਸੰਕੋਚ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਵੀ ਬੈਠਣ ਦਾ ਪ੍ਰਚਾਰਤ ਕਰੋ। ਫਿਰ ਹੀ ਆਪਣਾ ਘਰਾਂ ਤੋਂ ਆਇਆ ਹੋਇਆ ਸਫਲਾ ਹੋਣਾ। ਜੇਕਰ ਥੋੜਾ
ਬਹੁਤਾ ਟਾਈਮ ਬੈਠ ਕਰਕੇ ਉਸ ਭਗਵਾਨ ਦੀ ਯਾਦ ਦੇ ਵਿੱਚ ਗੁਜ਼ਰੇਗਾ। ਕਬੀਰ ਏਕ ਘੜੀ ਆਦਿ ਖਰੀ ਆਦਿ ਹੋਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿਨ੍ਹਾਂ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੋਈ ਸੀ, ਕਿਤਨੇ ਵੱਡੇ ਵੱਡੇ ਮੁਰਾਤਬੇ, ਵੱਡੀਆਂ ਵੱਡੀਆਂ ਪਦਵੀਆਂ ਉਹਨਾਂ ਨੇ ਹਾਸਲ ਕਰ ਲਈਆਂ ਸਨ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਹੜੀ ਕੋ ਸੰਗਤ ਜਵਾਨ ਬੱਚਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀ ਹੈ, ਜਿੱਥੇ ਵੱਡੇ ਵੱਡੇ ਔਗਣ ਮਨੁੱਖ ਦੇ ਅੰਦਰ ਆਪਣੇ ਆਪ ਹੀ ਪੈਦਾ ਹੋਣ ਲੱਗ ਜਾਂਦੇ ਹਨ, ਇਹੋ ਜੀ ਕੋ ਸੰਗਤ ਤੋਂ ਬਚਣ ਦੇ ਲਈ ਭਗਤ ਕਬੀਰ ਜੀ ਵੀ ਸ਼ਲੋਕਾਂ ਦੇ ਵਿੱਚ ਵਾਰ-ਵਾਰ ਆਪਾਂ ਨੂੰ ਸਮਝਾਉਂਦੇ ਨੇ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਦੂਸਰੀ ਸਾਈਡ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਗੁਰ ਸਿੱਖਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਲਈ ਬਾਰ-ਬਾਰ ਤਕੀਦ ਕਰਦੇ ਨੇ। ਮਹਾਂਪੁਰਖਾਂ ਦੀ ਚਲਾਈ ਹੋਈ ਪਰਪਾਟੀ ਦੇ ਮੁਤਾਬਕ ਸਾਰਿਆਂ ਨੇ ਪਾਈ। ਧਾਰਨਾ ਦੇ ਵਿੱਚ ਸ਼ਬਦ ਦੇ ਵਿੱਚ ਬੋਲ ਕਰਕੇ ਆਪਣੀ ਰਸਨਾ ਵੀ ਪਵਿੱਤਰ ਕਰਨ ਦੀ ਖੇਚਲ ਕਰਨੀ ਹੈ। ਪਹਿਲੇ ਦਾਸ, ਫਿਰ ਭਾਈ, ਜਿਤਨੀਆਂ ਵੀ ਭੈਣਾਂ ਮਾਤਾਵਾਂ ਬੱਚੀਆਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀਆਂ ਨੇ। ਭਾਵੇਂ ਸੰਗਤ ਬਹੁਤ ਥੋੜੀ ਹੈ, ਪਰ ਫਿਰ ਵੀ ਆਪਾਂ ਨੇ ਰਲ ਮਿਲ ਕਰਕੇ ਜਿਹੜਾ ਟਾਈਮ, ਜਿਹੜਾ ਸਮਾਂ ਪ੍ਰਾਪਤ ਹੋਇਆ, ਉਸ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਉਮਰ ਹੋਆ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ, ਨਹੀਂ ਤਾਂ ਫਿਰ ਸਾਨੂੰ ਹਾਸਲ ਕੀ ਹੈ। ਵਿੱਚ ਉਸ ਨੀਲੇ ਹੁਜ਼ਰੇ ਸੰਜ ਤੇ ਫਜਰੇ। ਜਿਹੜੀਆਂ ਘੜੀਆਂ, ਜਿਹੜਾ ਵੀ ਟਾਈਮ ਆਪਣਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਜ਼ਰਦਾ ਹੈ, ਇਹੀ ਜਿਹੜੀਆਂ ਸਾਡੀਆਂ ਘੜੀਆਂ ਲੇਖੇ ਦੇ ਵਿੱਚ ਪੈਣੀਆਂ ਹਨ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੈਨੋ ਡੋਵ ਦੁਖ ਸੰਗ ਮਨ ਮੇਰਿਆ, ਤੋ ਸੰਗ ਤਾਰ ਦੇਊਗਾ। ਦੁਖ ਸੰਗ ਮਨ ਮੇਰਿਆ, ਤੋ ਸੰਗ ਤਾਰ ਦੇਊਗਾ। ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਤ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਤ ਸੰਗ ਤਾਰ ਦੇਗਾ। ਮਨ ਮੇਰਿਆ, ਸਤ ਸੰਗ ਤਾਰ ਦੇਊਗਾ। ਕੁਸੰਗ ਮਨਾ ਮੇ, ਸਤ ਸੰਗ ਤਾਰ ਦੇਵੇਗਾ। ਡੋਬ ਦੁਖ ਸੰਗ ਮਨ ਮੇਰਿਆ, ਸੰਗ ਤਾਰ ਦੇਊਗਾ। ਦੁਖ ਸੰਗ ਮਨ ਮੇਰਿਆ, ਸੰਗ ਤਾਰ ਦੇਊਗਾ। ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਤ ਸੰਗ ਤਾਰ ਦੇਊਗਾ।
ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਊਗਾ ਬੋਲੋ ਮਾਇਆ ਪਾਈ ਸਤ ਸੰਗ ਤਾਰ ਦੇਊਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਊਗਾ ਤੇਰੇ ਪਿਆਰੇ ਸੰਗ ਤਾਰ ਦੇਊਗਾ ਤੇ ਪਿਆਰੇ ਸੰਗ ਤਾਰ ਦੇਊਗਾ ਮੇਰੇ ਪਿਆਰੇ ਸਤ ਸੰਗ ਤਾਰ ਦੇਊਗਾ ਮੇਰੇ ਪਿਆਰੇ ਸਤ ਸੰਗ ਤਾਰ ਦੇਊਗਾ ਡੋਬ ਦੂਖ ਸੰਗ ਮਨਾ ਮੇਰਿਆ ਸੰਗ ਤਾਰ ਦੇਊਗਾ ਦੂਖ ਸੰਗ ਮਨਾ ਸੰਗ ਤਾਰ ਦੇਊਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਊਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਊਗਾ ਤਾਰ ਦੇਊਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਊਗਾ ਜੋ ਚਤਰਾਨਨ ਕੇ ਸੁਤ ਚਾਰ ਨਾ ਗਈ ਬਿਭੋਤ ਰਮੇ ਹਰ ਮਾਹੀ ਜਬਲੋ ਜਦਵ ਪੂਰਨ ਹੈ ਅਬਲੋ ਰਤੈ ਸਤ ਸੰਗਨ ਮਾਹੀ ਸੇਸ ਸਮੀਪ ਸੁਨੈ ਹਰ ਕੋ ਜਸ ਸੰਭ ਸਮੀਪ ਜਤਾ ਚਲ ਚਲ ਜਾਹੀ ਹੋਵਤ ਹੈ ਗੁਣ ਉਤਮ ਨਾਸ ਕੋ ਸੰਗਤੇ ਸਨਕਾਦ ਡਰਾਈ ਕਹਿੰਦੇ ਬਰਮਾਦੀ ਦੇ ਜਿਹੜੇ ਚਾਰ ਪੁੱਤਰ ਨੇ ਸਨਕ ਸਨੰਦਨ ਸੰਤ ਕੁਮਾਰ ਖੋਟੀ ਸੰਗਤ ਤੋਂ ਤਾਂ ਇਹ ਵੀ ਮਨ ਦੇ ਵਿਚਾਰ ਵਗਤ ਡਰਦੇ ਰਹਿੰਦੇ ਨੇ ਹੋਵਤ ਹੈ ਗੁਣ ਉਤਮ ਨਾਸ ਅਗਰ ਮਨੁੱਖ ਦੇ ਅੰਦਰ ਬੜੇ ਦੈਵੀ ਗੁਣ ਵੀ ਪੈਦਾ ਹੋ ਚੁੱਕੇ ਹਨ ਸਤ ਸੰਤੋਖ ਦਇਆ ਧਰਮ ਇਹੋ ਜਿਹੇ ਚੰਗੇ ਗੁਣਾਂ ਨੂੰ ਆਪਣੇ ਮਨ ਦੇ ਅੰਦਰ ਵੀ ਭਾਵੇਂ ਵਸਾ ਲਿਆ ਪਰ ਜੇ ਕਿਤੇ ਖੋਟੇ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਗਈ ਬੜੇ ਹੋ ਜਾਏ ਫਿਰ ਨਾਸਤਕ ਹੁੰਦੇ ਹੋਏ ਵੀ ਸਮਾਜ ਦੇ ਵਿੱਚ ਦੇਖੇ ਗਏ ਨੇ ਹੋਵਤ ਹੈ ਗੁਣ ਉਤਮ ਨਾਸ ਕੋ ਸੰਗਤ ਹੈ ਸਨਕਾਦ ਡਰਾਈ ਜਿਹੜੇ ਬਰਮਾ ਜੀ ਦੇ ਪੁੱਤਰ ਹਰ ਵਾਤ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਹੀ ਸਦਾ ਬਾਤੇ ਭਰਦੇ ਨੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਵੀ ਕੋ ਸੰਗਤ ਦਾ ਬੜਾ ਡਰ ਪੈ ਭਰਿਆ ਰਹਿੰਦਾ ਸਾਧ ਸੰਗਤ ਅੱਜ ਦੁਸਹਿਰੇ ਵਾਲੇ ਦਿਨ ਆਪਾਂ ਸਾਰੇ ਜਾਣਦੇ ਹਾਂ ਸਮਾਜ ਦੇ ਅੰਦਰ ਥਾਂ ਥਾਂ 'ਤੇ ਬੜੀਆਂ ਖੁਸ਼ੀਆਂ ਬੜੇ ਚਾਅ ਘਰ ਘਰ ਦੇ ਵਿੱਚ ਮਨਾਏ ਜਾਂਦੇ ਹਨ ਪਰ ਜਦੋਂ ਤ੍ਰੇਤਾ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ ਕਉ ਨਾਨਕ ਥਿਰ ਕਸ਼ਨੀ ਸੁਪਨੇ ਜਿਉ ਸੰਸਾਰ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ ਕਿਤਨਾ ਵੱਡਾ ਮਹਾਨ ਤੇਜ ਪ੍ਰਤਾਪੀ ਰਾਵਣ ਹੋਇਆ
ਇਹਦਾ ਜਿਹੜਾ ਨਾਮ ਸਤਿਗੁਰੂ ਜੀ ਨੇ ਵੀ ਰੱਬੀ ਬਾਣੀ ਦੇ ਅੰਦਰ ਦਰਜ ਕੀਤਾ ਹੈ। ਪ੍ਰਸਾਦ ਸੰਗ ਇਹ ਜਿਹੜਾ ਬਹੁਤ ਵੱਡਾ ਪਰਿਵਾਰ ਸਾਰਾ ਰਲਿਆ ਮਿਲਿਆ ਹੋਇਆ ਹੈ। ਭਗਵਾਨ ਵਿਸ਼ਨੂੰ ਜੀ ਉਹਨਾਂ ਦੀ ਡਿਉੜੀ ਦੇ ਅੱਗੇ ਜੈ ਤੇ ਵਿਜੇ ਇਹ ਪਹਿਰੇਦਾਰੀ ਦੀ ਜਿਹੜੀ ਨਿਗਰਾਨੀ ਕਰਿਆ ਕਰਦੇ ਸੀ। ਮੇਨ ਡਿਉੜੀ ਦੇ ਉੱਪਰ ਜੈ ਤੇ ਔਰ ਵਿਜੇ ਨੇ ਖੜ ਜਾਣਾ। ਜਿਹੜਾ ਵੀ ਕੋਈ ਦੇਵਤਾ ਮਿਲਣ ਵਾਸਤੇ ਆਇਆ ਕਰਦਾ ਸੀ, ਪਹਿਲਾਂ ਵਿਸ਼ਨੂੰ ਭਗਵਾਨ ਜੀ ਦੇ ਪਾਸੋਂ ਇਹ ਆਗਿਆ ਲੈ ਕਰਕੇ ਮਿਲਾਇਆ ਕਰਦੇ ਸਨ। ਅੱਜ ਵਿਸ਼ਨੂੰ ਭਗਵਾਨ ਜੀ ਆਪਣੀ ਮੌਤ ਦੇ ਵਿੱਚ ਆ ਕਰਕੇ ਕਹਿਣ ਲੱਗੇ ਵੀ ਮੈਂ ਥੋੜ੍ਹਾ ਟਾਈਮ ਆਪਣਾ ਇਕਾਂਤ ਦੇ ਵਿੱਚ ਬੈਠਣਾ ਹੈ, ਕਿਸੇ ਨੂੰ ਇਸ ਦਰਵਾਜ਼ੇ ਤੋਂ ਅੱਗੇ ਮੇਰੀ ਆਗਿਆ ਤੋਂ ਬਗੈਰ ਨਹੀਂ ਆਉਣ ਦੇਣਾ ਹੈ। ਇਹਨਾਂ ਨੇ ਤਾਂ ਹੁਣ ਹੁਕਮ ਦੀ ਪਾਲਣਾ ਹੀ ਕਰਨੀ ਸੀ। ਅਚਾਨਕ ਇਹ ਬਰਮਾ ਜੀ ਦੇ ਜਿਹੜੇ ਚਾਰੇ ਪੁੱਤਰ ਭਗਵਾਨ ਜੀ ਦਾ ਦੀਦਾਰ ਕਰਨ ਵਾਸਤੇ ਪਹੁੰਚ ਗਏ ਸਨ। ਜੈ ਤੇ ਵਿਜੇ ਨੇ ਉੱਥੇ ਡਿਉੜੀ ਦੇ ਵਿੱਚ ਇਹਨਾਂ ਨੂੰ ਰੋਕ ਲਿਆ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ। ਉਹ ਕਹਿਣ ਲੱਗੇ ਅੱਗੇ ਰੋਜ਼ਾਨਾ ਅਸੀਂ ਭਗਵਾਨ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ, ਕਦੇ ਵੀ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ। ਤੁਸੀਂ ਕਿਹੜੇ ਵੱਡੇ ਸਾਨੂੰ ਇਸ ਥਾਂ ਤੇ ਅਟਕਾਉਣ ਵਾਲੇ ਆ ਗਏ। ਖੈਰ ਉਹਨਾਂ ਨੇ ਨਾਰਾਜ਼ ਹੋ ਕਰਕੇ ਆਪਣੀ ਰਸਨਾ ਤੋਏ ਬਚਨ ਕਹਿ ਦਿੱਤੇ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਹੈ ਦਵੈਸ਼ ਉਹ ਭਗਵਾਨ ਦੀ ਡਿਉੜੀ ਦੇ ਉੱਪਰ ਰਹਿਣ ਦੇ ਯੋਗ ਨਹੀਂ ਹੋਇਆ ਕਰਦੇ ਹਨ। ਜਾਓ ਤੁਹਾਨੂੰ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਨਾ ਪਏਗਾ, ਕਈ ਜਨਮ ਤੁਹਾਨੂੰ ਭੁਗਤਣੇ ਪੈਣੇ ਹਨ। ਇਹਨਾਂ ਨੇ ਅੱਗੇ ਜਾ ਕਰਕੇ ਵਿਸ਼ਨੂੰ ਭਗਵਾਨ ਦੇ ਅੱਗੇ ਬੇਨਤੀ ਕੀਤੀ ਵੀ ਅਸੀਂ ਤਾਂ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਸੀ। ਇਹਨਾਂ ਨੇ ਨਾਰਾਜ਼ ਹੋ ਕਰਕੇ ਸਾਨੂੰ ਸਰਾਪ ਦੇ ਬਚਨ ਕਹਿ ਦਿੱਤੇ ਹਨ। ਭਗਵਾਨ ਜੀ ਕਹਿ ਲੱਗੇ ਵੀ ਹੁਣ ਛੁਟਕਾਰਾ ਵੀ ਤੁਹਾਡਾ ਇਹਨਾਂ ਦੇ ਚਰਨਾਂ 'ਚੋਂ ਹੀ ਹੋਣਾ ਹੈ। ਜੈ ਤੇ ਵਿਜੇ ਉਹ ਸਮੇਂ ਬਰਮਾ ਜੀ ਦੇ ਚਾਰੇ ਪੁੱਤਰਾਂ ਦੇ ਅੱਗੇ ਹੱਥ ਜੋੜਨ ਲੱਗੇ ਵੀ ਸਾਡਾ ਹੁਣ ਭਲਾ ਕਦੋਂ ਹੋਏਗਾ, ਇਹ ਤਾਂ ਦੱਸ ਦਿਓ। ਬਚਨ ਤੁਹਾਡੇ ਸਦਾ ਵਾਸਤੇ ਪੂਰੇ ਹੋ ਕਰਕੇ ਹੀ ਰਹਿਣੇ ਹਨ। ਕਹਿ ਲਗੇ ਵੀ ਸ਼ਰਤ ਇੱਕ ਹੈ, ਜੇ ਤਾਂ ਤੁਸੀਂ ਭਗਤ ਬਣ ਕਰਕੇ ਆਪਣਾ ਛੁਟਕਾਰਾ ਕਰਵਾਉਣਾ ਚਾਹੁੰਦੇ ਹੋ ਫਿਰ ਤਾਂ ਤੁਹਾਨੂੰ 7 ਜਨਮ ਲੱਗ ਜਾਣੇ ਹਨ। ਅਗਰ ਜੇ ਤੁਸੀਂ ਭਗਵਾਨ ਦੀ ਨਿੰਦਿਆ ਥਾਂ ਥਾਂ ਤੇ ਨਕੇਦੀ ਕਰੋਗੇ, ਇਹੋ ਜਿਹੇ ਦੋਸਤਾਂ ਦੇ ਘਰ ਦੇ ਵਿੱਚ ਤੁਹਾਨੂੰ ਪੈਦਾ ਹੋਣਾ ਪਏਗਾ। ਵੱਡੇ ਵੱਡੇ ਪਾਪੀ ਤੁਹਾਡੇ ਕੋਲੋਂ ਹੋਣੇ ਹਨ। ਫਿਰ 3 ਜਨਮਾਂ 'ਚ ਤੁਹਾਡੀ ਕਲਿਆਣ ਹੋ ਜਾਣੀ ਹੈ। ਉਹ ਕਹਿਣ ਲੱਗੇ ਵੀ ਦੇਖੋ ਭਾਵੇਂ ਸਾਡੀ ਜੁਗਾ ਜਗੰਤਰਾਂ ਤੱਕ ਲੋਕੀ ਜਿਤਨੀ ਮਰਜ਼ੀ ਨਿੰਦਿਆ, ਜਿਤਨੀਆਂ ਮਰਜ਼ੀਆਂ ਸਾਨੂੰ ਫਟਕਾਰਾਂ ਪਈ ਜਾਣ, ਸਾਨੂੰ ਕੋਈ ਪਰਵਾਹ ਨਹੀਂ। ਪਰ ਜਿਹੜਾ ਭਗਵਾਨ ਦੇ ਦਰਸ਼ਨਾਂ ਦਾ ਵਿਛੋੜਾ ਇਹ ਤਾਂ ਚੱਲਣਾ ਸਾਨੂੰ ਬੜਾ ਔਖਾ ਲੱਗਦਾ ਹੈ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ, ਬੈ ਖਰੀਦ ਕਿਆ ਕਰੇ ਚਤਰਾਈ, ਇਹੋ ਜਿਉ ਪਿੰਡ ਸਭ ਥਾਰੇ। ਉਹ ਸਮੇਂ ਕਹਿ ਲਗੇ ਵੀ ਸਾਨੂੰ ਤਾਂ ਫਿਰ ਦੈਂਤ ਬਣਨਾ ਹੀ
ਮਨ ਦੇ ਵਿੱਚ ਚੰਗਾ ਲੱਗਦਾ, ਪਰ ਭਗਵਾਨ ਦਾ ਜਿਹੜਾ ਦਰ, ਜਿਹੜਾ ਇਹ ਬੈਕੁੰਠ ਦਾ ਆਨੰਦ ਹੈ ਤਾਂ ਨਹੀਂ ਸਾਡੇ ਪਾਸੋਂ ਤਿਆਗਿਆ ਜਾਣਾ ਕੋਈ ਗੱਲ ਨਹੀਂ। ਜੇਕਰ ਦੁਸ਼ਟ ਦੈਂਤਾਂ ਦੇ ਸਮਾਨ ਬਣ ਕੇ ਸਾਡਾ ਭਲਾ ਹੁੰਦਾ ਸੀ, 3 ਜਨਮਾਂ ਤੋਂ ਬਾਅਦ ਫਿਰ ਇਸੇ ਤਰ੍ਹਾਂ ਭਗਵਾਨ ਦੇ ਇਸ ਬੈਕੁੰਠ ਧਾਮ ਦੇ ਵਿੱਚ ਪਹੁੰਚ ਜਾਣਾ ਹੈ, ਜਿੱਥੇ ਸਾਨੂੰ ਬੜਾ ਇੱਥੇ ਆਨੰਦ, ਬੜੇ ਖੇੜੇ ਪ੍ਰਾਪਤ ਹੁੰਦੇ ਰਹਿੰਦੇ ਹਨ। ਉਹਨਾਂ ਨੇ ਵੀ ਭਗਵਾਨ ਦੇ ਦਰਸ਼ਨਾਂ ਦੀ ਜਿਹੜੀ ਮਹਿਮਾ ਆਪਣੀ ਰਸਨਾ ਤੋਂ ਉਸ ਸਮੇਂ ਚਾਰੇ ਬ੍ਰਹਮਾ ਜੀ ਦੇ ਪੁੱਤਰਾਂ ਦੇ ਪਾਸ ਵਰਣਨ ਕੀਤੀ ਸੀ। तेरे दर्शन को अंबारे लाल रंगीले प्रियतमा, दर्शन को अंबारे लाल प्रियतमा। तेरे दर्शन को हम बारे लाल रंगीले प्रीतमा, तेरे दर्शन को हम बारे लाल रंगीले प्रीतमा। दर्शन को अंबारे लाल रंगीले प्रीतमा, दर्शन को अंबारे लाल प्रीतमा। तेरे दर्शन को हम बारे लाल रंगीले प्रीतमा, तेरे दर्शन को हम बारे लाल रंगीले प्रीतमा। साध संगत जय और विजय दोवें भरा कहन लगे भी कोई गल नहीं, सानू भावें दोस्तां दे घर दे विच जाना पै जाए, पर इतना जेड़ा लंबा विछोड़ा भगवान विष्णु जी दे दर्शनां दा ਇਹ ਤਾਂ ਸਾਡੇ ਲਈ ਬੜਾ ਝੱਲਣਾ ਔਖਾ ਹੋ ਜਾਣਾ ਹੈ। ਸਾਧ ਸੰਗਤ ਜਿਨ੍ਹਾਂ ਨੇ ਭਗਵਾਨ ਦੇ ਦਰਸ਼ਨਾਂ ਦੇ ਵਿੱਚ ਉਹ ਜੀ ਮਸਤੀ ਇਹੋ ਜਿਹਾ ਸਰੋਵਰ ਪ੍ਰਾਪਤ ਕਰ ਲਿਆ ਨਾ, ਉਹਨਾਂ ਨੂੰ ਹੀ ਫਿਰ ਭਗਵਾਨ ਦੇ ਦਰਸ਼ਨ ਦੀ ਜੋ ਮਹਿਮਾ ਉਸ ਦੇ ਬਾਰੇ ਪਤਾ ਲੱਗਦਾ ਹੈ। ਸਤਿਗੁਰੂ ਜੀ ਨੇ ਵੀ ਬੜੇ ਵਚਨ ਇਹੋ ਜਿਹੇ ਵਿਛੋੜੇ ਦੇ ਪ੍ਰਤੀ ਉਚਾਰਨ ਕੀਤੇ ਹਨ। ਜਿਹੜੇ ਵੀ ਜਗਿਆਸੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਤਾਂ ਥੋੜਾ ਟਾਈਮ ਵੀ ਆਪਣੇ ਮੁਰਸ਼ਦ ਔਰ ਗੁਰੂ ਪੀਰ ਤੋਂ ਜਿਉਣਾ ਬੜਾ ਔਖਾ ਹੋ ਜਾਂਦਾ ਹੈ। मेरा मन लोचे गुर दर्शन ताई, बिलप करे चातर की न्याई। सतगुरु अर्जन देव जी महाराज जी देखो क्यों जी है बेछोड़े वाली जदों अवस्था होगी, रात दिन महाराज बड़े ही व्याकुल रहंदे सन। नेत्रां दे विचों हर वक्त बड़ा जिहड़ा बैराग दा जल भी बहदा रहिंदा सी। एक घड़ी ना मिलते ता कलयुग होता, खुद हुण कद मिली है प्रै तुद भगवंता। मोए रैन नींद ना आवे रैन ना बिहावे, सच्चे पातशाह मैनू तो एक रात भी बतीत करनी बड़ी औखी हो रही है। साध संगत इहो जिहा जिहड़ा दर्शनां दा आनंद जय और विजय नूं प्राप्त हो चुकिया सी, कह लगे भी कोई गल नहीं, जिथे मर्जी सानू मात लोग दे पिछ भेज दिओ। अगर कोई निंदिया नखेदी सानू फटकारां पौनियां ने पाई चले, पर असी तो जल्दी तो जल्दी भगवान दे दरबार दे विच उसे तरह पहुँचना चाहुंदे आ।
ਇਹਨਾਂ ਦਾ ਫਿਰ ਅੱਗੇ ਜੋ ਵੀ ਜਨਮ ਹੋਇਆ ਸਤਜੁਗ ਦੇ ਵਿੱਚ ਹਰਨਾਕਸ਼ਪ, ਤ੍ਰੇਤੇ ਯੁਗ ਦੇ ਵਿੱਚ ਰਾਵਣ ਤੇ ਕੁੰਭਕਰਨ, ਦੁਆਪਰ ਯੁਗ ਦੇ ਵਿੱਚ ਦੰਤ ਬੱਕਰ ਤੇ ਸਿਸਪਾਲ ਕਈ ਕੰਸ ਦਾ ਵੀ ਨਾਮ ਲਿਖਦੇ ਹਨ। ਸਾਧ ਸੰਗਤ ਇਹ ਜਿਹੜੇ ਪੁਰਾਤਨ ਸਮੇਂ ਦੇ ਵਿਸ਼ਨੂੰ ਭਗਵਾਨ ਦੀ ਡਿਉੜੀ ਤੇ ਬੜੀ ਸੇਵਾ ਕਰਿਆ ਕਰਦੇ ਸੀ। ਆ ਜਿਹੜਾ ਹੁਣ ਅੱਜ ਦੇ ਦਿਨ ਰਾਵਣ ਦੇ ਦੇਖ ਲਓ ਕਿਤਨੇ ਵੱਡੇ ਵੱਡੇ ਬੁੱਤ ਬਣਾ ਕਰਕੇ ਲੋਕੀ ਸਾੜਦੇ ਹਨ। ਇਹ ਪਿਛਲੇ ਜਨਮ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਦੇ ਸੇਵਕ ਦਾਸ ਸਨ। ਅੱਜ ਦੇ ਦਿਨ ਸਾਧ ਸੰਗਤ ਭਗਵਾਨ ਰਾਮਚੰਦਰ ਜੀ ਨੇ ਫਿਰ ਦੇਖ ਲਓ ਇਹਨਾਂ ਦੈਂਤਾਂ ਦਾ ਆਪਣੇ ਹੱਥੀਂ ਸ਼ਿੰਗਾਰ ਕੀਤਾ ਸੀ। ਭਗਵਾਨ ਰਾਮਚੰਦਰ ਜੀ ਇਹ ਵੀ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਹੀ ਮੰਨੇ ਜਾਂਦੇ ਨੇ। ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ ਦੰਤ ਬੱਕਰ ਤੇ ਦੂਜਾ ਸਿਸਪਾਲ ਜਾਂ ਫਿਰ ਕੰਸ ਦਾ ਉਧਾਰ ਕੀਤਾ ਸੀ। ਸਤਜੁਗ ਦੇ ਵਿੱਚ 52 ਭਗਵਾਨ ਨੇ ਇੱਕ ਥੰਮ ਦੇ ਵਿੱਚੋਂ ਪ੍ਰਗਟ ਹੋ ਕੇ ਥੰਮ ਪਾੜ ਹਰ ਪ੍ਰਗਟਿਆ। ਨਰ ਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿਆਨ। ਸੰਤ ਸਹਾਈ ਆਦ ਜਗਾਦ ਪਾਵੇ। ਸਾਰਾ ਵਿਸ਼ਨੂੰ ਭਗਵਾਨ ਦਾ ਆਪਣੀ ਬਹੁਤ ਵੱਡਾ ਪਰਿਵਾਰ ਹੈ। ਪਰਮਾਤਮਾ ਨਾਨਾ ਪ੍ਰਕਾਰ ਦੀਆਂ ਇਹੋ ਜਿਹੀਆਂ ਖੇਲਾਂ ਅਨਾਦਿ ਕਾਲ ਤੋਂ ਵਰਤਾਉਂਦੇ ਹੀ ਰਹਿੰਦੇ ਹਨ। ਤੇ ਜਿਹੜੇ ਵਿਸ਼ਨੂੰ ਭਗਵਾਨ ਜੀ ਦੀ ਡਿਉੜੀ ਦੇ ਵਿੱਚ ਪਹਿਰੇਦਾਰੀ ਦੀ ਸੇਵਾ ਕਰਨ ਵਾਲੇ ਸੀ, ਉਹਨਾਂ ਨੇ ਫਿਰ ਅੱਗੇ ਰਾਵਣ ਔਰ ਕੁੰਭਕਰਨ ਦਾ ਜਿਹੜਾ ਜਨਮ ਧਾਰਨ ਕੀਤਾ ਸੀ। ਪਰ ਸਾਧ ਸੰਗਤ ਇਹੋ ਜਿਹੇ ਵੱਡੇ ਵੱਡੇ ਇਕੱਠਾਂ ਵੱਠਾਂ ਦੇ ਵਿੱਚੋਂ ਫਾਇਦਾ ਤਾਂ ਕਿਸੇ ਨੂੰ ਕੋਈ ਪ੍ਰਾਪਤ ਹੋਇਆ ਨਹੀਂ। ਲੜਾਈ ਝਗੜੇ ਕਈ ਵਾਰੀ ਲੋਕੀ ਬਿਨਾਂ ਗੱਲ ਤੋਂ ਆਪਣੇ ਗਲ ਦੇ ਵਿੱਚ ਪਾ ਲੈਂਦੇ ਹਨ। ਪਰ ਜਿਨ੍ਹਾਂ ਨੇ ਇਹੋ ਜਿਹੇ ਵੱਡੇ ਵੱਡੇ ਮੇਲਿਆਂ ਤੋਂ ਸੇਧ ਪ੍ਰਾਪਤ ਕਰਦੇ ਹੋਇਆ, ਜਿਹੜੇ ਨੇ ਬਹੁਤ ਵੱਡੇ ਵੱਡੇ ਬੱਜਰ ਪਾਪ ਵੀ ਕਿਸੇ ਨੂੰ ਦਾਨ ਦਾ ਵਾਅਦਾ ਕਰਕੇ ਮੁੱਕਰ ਜਾਣਾ, ਇਹ ਵੀ ਬਹੁਤ ਵੱਡਾ ਬੱਜਰ ਪਾਪ ਮੰਨਿਆ। ਦੂਜੇ ਨੰਬਰ ਤੇ ਸਾਧ ਸੰਗਤ ਬੇਜਵਾਨ ਜੀਵਾਂ ਦੇ ਗਲ ਵੱਢਣੇ। ਤੀਜੇ ਨੰਬਰ ਤੇ ਉਸ ਭਗਵਾਨ ਦੀ ਨਿੰਦਿਆ ਕਰਨੀ। ਇਸੇ ਤਰ੍ਹਾਂ ਚੌਥੇ ਨੰਬਰ ਤੇ ਹਰ ਵਕਤ ਰਸਨਾ ਤੋਂ ਝੂਠ ਤੂਫਾਨ ਬੋਲਣਾ। ਪੰਜਵੇਂ ਨੰਬਰ ਤੇ ਹਮੇਸ਼ਾ ਵਾਸਤੇ ਜਿਹੜੇ ਪਰਾਏ ਦਾ ਧਰਮ ਨਾਸ ਕਰਨ ਦੇ ਲਈ ਬੜੇ ਹੋ ਜੇ ਖੋਟੇ ਵਿਚਾਰ ਆਪਣੇ ਮਨ ਦੇ ਅੰਦਰ ਧਾਰਨ ਕਰ ਲੈਂਦੇ ਹਨ, ਜਾਂ ਫਿਰ ਦੂਜੇ ਦੀ ਮਾਇਆ ਚੁਰਾ ਲੈਣੀ। ਇਹ ਵੱਡੇ ਵੱਡੇ ਜਿਹੜੇ 10 ਤਰ੍ਹਾਂ ਦੇ ਬੱਜਰ ਪਾਪ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਨਾਸ ਕਰ ਦਿੱਤੇ। ਸਾਧ ਸੰਗਤ ਉਹਨਾਂ ਨੂੰ ਫਿਰ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਜਿਹੜਾ ਧਰਮ ਦਾ ਕਾਰਜ ਕਰਨ ਵਾਸਤੇ ਆਪਾਂ ਨੂੰ ਬਾਰ-ਬਾਰ ਤਾਕੀਦ ਕੀਤੀ ਹੈ। ਤੇ ਜਿਹੜੇ ਨੇ ਵੱਡੇ ਵੱਡੇ
ਨਿਸ਼ਿੱਧ ਕਰਮ ਉਹਨਾਂ ਨੂੰ ਕਰਨ ਦੇ ਲਈ ਭਾਵੇਂ ਜਿਤਨਾ ਮਰਜੀ ਟਾਈਮ ਜਿਤਨੀ ਮਰਜੀ ਦੇਰੀ ਲੱਗ ਜਾਏ ਕੋਈ ਗੱਲ ਨਹੀਂ। ਸ਼ਾਇਦ ਕਈ ਦਫਾ ਇਸ ਮਨੁੱਖ ਦਾ ਪਾਪ ਕਰਮ ਕਰਨ ਵੱਲੋਂ ਟਲ ਵੀ ਜਾਂਦਾ ਹੈ। ਅਗਰ ਕੋਈ ਆਓ ਜੀ ਬਹੁਤ ਵੱਡੀ ਬਰਿਆਈ ਮਨ ਦੇ ਵਿੱਚ ਪੈਦਾ ਹੋ ਗਈ, ਨੈ ਬਲੰਬ ਧਰਮੰ ਬਲੰਬ ਪਾਪੰ, ਪਾਪ ਕਰਮਾਂ ਨੂੰ ਕਰਨ ਵਾਸਤੇ ਕਹਿਣ ਲੱਗੇ ਕਹਿੰਦੇ ਨੇ ਜਿਤਨਾ ਮਰਜੀ ਟਾਈਮ ਲੱਗ ਜਾਏ, ਸਾਲਾਂ ਵਧੀ ਬਾਤ ਲੰਘ ਜਾਏ ਕੋਈ ਗੱਲ ਨਹੀਂ, ਇਹਨਾਂ ਤੋਂ ਤਾਂ ਹੀ ਬਚਾਅ ਹੋਏਗਾ ਜੇ ਮਨ ਨੂੰ ਮੋੜਿਆ ਜਾਏਗਾ। ਪਰ ਜਿਹੜਾ ਹੈ ਸੇਵਾ ਭਗਤੀ ਦਾ ਇਹੋ ਜਿਹੇ ਜਿਹੜੇ ਸ਼ੁਭ ਕਰਮ ਕਰਨ ਦੇ ਲਈ ਤਾਂ ਆਪਾਂ ਨੂੰ ਕਦੇ ਵੀ ਇੱਕ ਪਲ ਭਰ ਦਾ ਜਿਹੜਾ ਟਾਈਮ ਨਹੀਂ ਟਾਲਣਾ ਚਾਹੀਦਾ ਹੈ। ਸਾਧ ਸੰਗਤ ਜਿਹੜੇ ਵੀ ਦੁਨਿਆਵੀ ਲੋਕ ਕੋਈ ਵੀ ਹੈ, ਇਹ ਕਰਮਾਂ ਦਾ ਜਿਹੜਾ ਫਲ ਤਾਂ ਹਰੇਕ ਨੂੰ ਭੁਗਤਣਾ ਹੀ ਪੈਂਦਾ ਹੈ। ਕਤਕ ਕਰਮ ਕਮਾਵਣੇ ਦੋਸ ਨ ਕਾਹੂ, ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕੱਤਕ ਦੇ ਮਹੀਨੇ ਦੁਆਰਾ ਵੀ ਸਤਿਗੁਰੂ ਜੀ ਨੇ ਬੜੇ ਹੋ ਜੇ ਅਮੋਲਕ ਬਚਨ ਆਪਣੀ ਰਸਨਾ ਤੋਂ ਕੀਤੇ ਨੇ। ਸਾਧ ਸੰਗਤ ਜਿਹੜਾ ਵੀ ਬਚਨ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕਰ ਦਿੱਤਾ, ਇਹਨੂੰ ਅੱਜ ਤੱਕ ਨਾ ਤਾਂ ਕੋਈ ਮੇਟਣ ਵਾਲਾ ਜੰਮਿਆ, ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਪੈਦਾ ਹੋਣਾ। ਜਿਹੜੇ ਵੱਡੇ ਭਾਗਾਂ ਵਾਲੇ ਗੁਰੂ ਕੇ ਪਿਆਰੇ ਕੋਈ ਸੇਵਾ ਕਰਦਾ ਹੈ, ਕੋਈ ਭਗਤੀ ਕਰਦਾ ਹੈ, ਜਾਂ ਫਿਰ ਨਿਤਨੇਮ ਦੇ ਵਿੱਚ ਜੁੜੇ ਹੋਏ ਹਨ, ਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਕੋਈ ਇਹੋ ਜਿਹੀ ਸ਼ਾਂਤੀ ਦੇਖਣ ਨੂੰ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਫਿਰ ਕਲਯੁਗ ਨੇ ਬੜਾ ਆਪਣਾ ਜਿਹੜਾ ਪ੍ਰਭਾਵ ਸਾਰਿਆਂ ਦੇ ਮਨਾਂ ਦੇ ਉੱਪਰ ਪਾਇਆ ਹੋਇਆ ਹੈ। ਜਿਹੋ ਜੇ ਕਰਮਾ ਸਰੀਰ ਰੂਪੀ ਧਰਤੀ ਦੇ ਵਿੱਚ ਬੀਜੇ ਜਾਣੇ ਨੇ, ਵੈਸਾ ਫਲ ਹਰੇਕ ਨੂੰ ਇੱਕ ਦਿਨ ਜ਼ਰੂਰ ਭੋਗਣਾ ਹੀ ਪਏਗਾ। ਪ੍ਰਸਾਦ ਸੰਗਤ ਭਗਵਾਨ ਰਾਮਚੰਦਰ ਜੀ ਦੇ ਚਰਨਾਂ ਦੇ ਵਿੱਚ ਪਤਾ ਨਹੀਂ ਕਿਤਨੇ ਜਗਿਆਸੂ ਰਹਿੰਦੇ ਹੋਣਗੇ, ਕਿਤਨੀ ਵੱਡੀ ਉਹਨਾਂ ਨੇ ਬਾਨਰਾਂ ਦੀ ਸੈਨਾ ਵੀ ਬਣਾਈ ਹੋਈ ਸੀ। ਪਰ ਸਾਰਿਆਂ ਨਾਲੋਂ ਜ਼ਿਆਦਾ ਮਸ਼ਹੂਰ ਨਾਮ ਆਪਾਂ ਕੰਨਾਂ ਦੇ ਨਾਲ ਕਿਹਦਾ ਸੁਣਦੇ ਹਾਂ? ਹਨੂਮਾਨ ਸਰ ਗਰੜ ਸਮਾਨਾ। ਹਨੂਮਾਨ ਜੀ ਦੇ ਨਾਮ ਨੂੰ ਕੋਈ ਵੀ ਦੁਨੀਆ ਦੇ ਵਿੱਚ ਭੁੱਲਿਆ ਨਹੀਂ ਹੋਇਆ। ਕਾਰਨ ਕੀ? ਹੋਰ ਵੀ ਬਥੇਰੇ ਜਿਹੜੇ ਪ੍ਰਾਣੀ ਉਹਨਾਂ ਦੇ ਚਰਨਾਂ ਦੇ ਵਿੱਚ ਆਉਂਦੇ ਜਾਂਦੇ ਹੋਣਗੇ, ਪਰ ਕਿਸੇ ਦਾ ਕੋਈ ਨਾਮ ਇਤਿਹਾਸ ਦੇ ਵਿੱਚ ਲਿਖਿਆ ਹੀ ਨਹੀਂ ਹੋਇਆ। ਜਦੋਂ ਵੀ ਕਿਤੇ ਕੋਈ ਜ਼ਿਕਰ ਚੱਲੇਗਾ ਭਗਵਾਨ ਰਾਮਚੰਦਰ ਜੀ ਦੀ ਜੋ ਗਾਥਾ ਹੈ, ਰਾਮਾਇਣ ਦੇ ਵਿੱਚ ਵੀ ਥਾਂ ਥਾਂ ਤੇ ਹਨੂਮਾਨ ਜੀ ਦੀ ਵਡਿਆਈ ਸ਼ੋਭਾ ਹੀ ਆਏਗੀ। ਕਿਤਨੀ ਸ਼ਰਧਾ ਭਾਵਨਾ ਉਹਨਾਂ ਨੇ ਭਗਵਾਨ ਰਾਮਚੰਦਰ ਜੀ ਦੇ ਉੱਪਰ ਧਾਰਨ ਕੀਤੀ ਹੋਈ ਸੀ। ਕਿਤਨਾ ਵੱਡਾ ਖਿਤਾਬ ਜਰਨੈਲ ਪਣੇ ਦਾ ਹਨੂਮਾਨ ਜੀ ਨੂੰ ਪ੍ਰਾਪਤ ਹੋਇਆ ਹੈ। ਪ੍ਰਸਾਦ ਸੰਗਤ ਜਦੋਂ ਰਾਵਣ ਸੀਤਾ ਨੂੰ ਆਪਣੇ ਬਾਗ ਦੇ ਵਿੱਚ ਲੈ ਗਿਆ ਸੀ, ਉਸ ਸਮੇਂ ਦੇਖੋ ਭਗਵਾਨ ਰਾਮਚੰਦਰ ਜੀ ਨੇ ਲੰਕਾ ਦੇ ਵਿੱਚ ਸੀਤਾ ਜੀ ਦੀ ਖਬਰ ਲੈਣ ਵਾਸਤੇ ਭੇਜਿਆ। ਕਿਹਨੂੰ ਸੀ? ਹਨੂਮਾਨ ਜੀ ਨੂੰ, ਵੀ ਤੂੰ ਜਾ
ਲੰਕਾ ਦੇ ਵਿੱਚ ਜਾ ਕਰਕੇ ਤੈਂ ਪਤਾ ਕਰਕੇ ਆਉਣਾ ਹੈ। ਉਸ ਵਕਤ ਵੀ ਜਦੋਂ ਹਨੂਮਾਨ ਜੀ ਇਤਨੇ ਵੱਡੇ ਵਿਸ਼ਾਲ ਸਾਗਰ ਨੂੰ ਪਾਰ ਕਰ ਗਏ ਸਨ, ਸੁਣ ਕਰਕੇ ਲక్ష్మణ ਜੀ ਬੜਾ ਹੈਰਾਨ ਹੋ ਗਏ ਵੀ ਇਤਨਾ ਵੱਡਾ ਸਮੁੰਦਰ ਇਹਨੇ ਕਿਵੇਂ ਪਾਰ ਕਰ ਲਿਆ ਹੈ। ਉਹ ਸਮੇਂ ਦੀ ਜਿਹੜੀ ਵਾਰਤਾ ਲక్ష్మణ ਜੀ ਨੇ ਹਨੂਮਾਨ ਜੀ ਦੇ ਨਾਲ ਕੀਤੀ ਸੀ, ਉਹਦਾ ਜ਼ਿਕਰ ਵੀ ਗੋਸਾਈ ਤੁਲਸੀਦਾਸ ਜੀ ਨੇ ਰਮਾਇਣ ਦੇ ਵਿੱਚ ਕੀਤਾ ਹੈ। ਉਸ ਸਮੇਂ ਪੁੱਛਣ ਲੱਗੇ ਲక్ష్మణ ਜੀ ਹਨੂਮਾਨ ਜੀ ਨੂੰ ਪਾਸ ਬੁਲਾ ਕਰਕੇ, ਐ ਹਨੂਮਾਨ 7 योजन को सिंध कैसे कह तर गए हो। कह लगे भी ये सैकड़े कोआ लम्बा चौड़ा समुंदर तू किमें पार कर गया सी। 7 योजन को सिंध कैसे कह तर गए हो। साध संगत हनुमान जी ने कोई ये अपनी ਵਡਿਆਈ ਜਾਂ ਆਪਣੀ ਸ਼ੋਭਾ ਨਹੀਂ ਸੀ ਕੀਤੀ। ਲక్ష్మణ ਦੇ ਪਾਸ ਵੀ ਮੈਂ ਤਾਂ ਛਾਲ ਮਾਰ ਕੇ ਲੰਘ ਗਿਆ ਸੀ। ਕਹਿਣ ਲੱਗੇ ਸ੍ਰੀ ਰਘਵੀਰੈ ਨਾਮੈ ਲੈ ਪਾਰ ਪਰੈ ਜਗ ਮੈਂ ਬੜ ਭਾਗੀ। ਭਗਵਾਨ ਰਾਮਚੰਦਰ ਜੀ ਦਾ ਨਾਮ ਜਪ ਕੇ ਕਹਿੰਦੇ ਵੱਡੇ ਭਾਗਾਂ ਵਾਲੇ ਆਸਾ ਸੰਸਾਰ ਸਮੁੰਦਰ ਤੋਂ ਸੁਤੇ ਜੀ ਸਿੱਧੀ ਪਾਰ ਲੱਗ ਜਾਂਦੇ ਹਨ। ਸ੍ਰੀ ਰਘਵੀਰੈ ਨਾਮੈ ਲੈ ਪਾਰ ਪਰੈ ਜਗ ਮੈਂ ਬੜ ਭਾਗੀ। ਨਦੀ ਤਰੰਦੜੀ ਮੈਡਾ ਖੋਜਣਾ ਖੁੰਬੈ ਮੰਜ ਮੁਹੱਬਤ ਤੇਰੀ। ਤੋ ਸਹਿ ਚਰਣੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। तेरा नाम तुलहा बेड़ी चढ़ के पार लंघना। नाम तुलहा बेड़ी पार लंघना। तेरा नाम तुल्हा बेड़ी चढ़ के पार लंघना। तेरा नाम तुल्हा बेड़ी चढ़ के पार लंघना। नाम तुल्हा बेड़ी पार लंघना। नाम तुल्हा बेड़ी पार लंघना। तेरा नाम तुल्हा बेड़ी चढ़ के पार लंघना। तेरा नाम तुल्हा बेड़ी चढ़ के पार लंघना। पार लंघना चढ़ के पार लंघना। लंघना चढ़ के लंघना। पार लंघना चढ़ के पार लंघना। पार लंघना चढ़ के पार लंघना। पार लंघना चढ़ के पार लंघ और लंघना चढ़ के पार लंघना। पार लंघना चढ़ के पार लंघना। पार लंघना चढ़ के पार लंघना। नाम तुल्हा बेड़ी पार लंघना। नाम तुल्हा बेड़ी चढ़ के पार लंघना। तेरा नाम तुल्हा बेड़ी चढ़ के पार लंघना। तेरा नाम तुल्हा बेड़ी चढ़ के पार लंघना। साध संगत ओ समय हनुमान जी कह लगे भी देख श्री रघुवीर नामै लै पार परै जग में बड़ भागी। ताही को ध्यान कियो मैं मन में
ਕਹਿਣ ਲੱਗਿਆ ਉਸੇ ਨਾਮ ਦਾ ਧਿਆਨ ਮੈਂ ਆਪਣੇ ਮਨ ਦੇ ਅੰਦਰ ਵਸਾਇਆ ਹੋਇਆ ਸੀ। ਮੋਹੇ ਬਾਰਦ ਲਾਂਗਤ ਬਾਰ ਨਾ ਲੱਗੀ ਕੋਈ ਵੀ। ਜ਼ਿਆਦਾ ਟਾਈਮ ਮੈਨੂੰ ਸਮੁੰਦਰ ਪਾਰ ਕਰਨ ਲੱਗਿਆ ਨਹੀਂ ਲੱਗਿਆ ਸੀ। ਸਾਧ ਸੰਗਤ ਦੇਖੋ ਭਗਵਾਨ ਰਾਮਚੰਦਰ ਜੀ ਦੀ ਹਕੀਕਤ ਬਾਰੇ ਸਾਰੇ ਪ੍ਰੇਮੀ ਜਾਣਦੇ ਨੇ, ਸੁਣਦੇ ਆ ਵੀ ਲੰਕਾ ਦੇ ਵਿੱਚ ਤ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਜੀ ਤਾਂ ਨਲ ਔਰ ਨੀਲ ਇਹ ਬੜੇ ਭਾਵੇਂ ਬਾਨਰਾਂ ਦੀ ਜਾਤੀ ਦੇ ਵਿੱਚੋਂ ਹੋਏ ਨੇ। ਇਹਨਾਂ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਦੇ ਕੱਪੜੇ ਜ਼ਾਵੇਰ ਉਹਨਾਂ ਦੀਆਂ ਵਸਤੂਆਂ ਪਾਣੀ ਦੇ ਵਿੱਚ ਚੋ ਕਰਕੇ ਡੁਬੋ ਦਿੰਦੇ ਸਨ। ਜਦੋਂ ਵੀ ਉਹਨਾਂ ਨੇ ਕਿਤੇ ਨਦੀ ਤੇ ਇਸ਼ਨਾਨ ਕਰਨ ਵਾਸਤੇ ਆਉਣਾ, ਨਲ ਤੇ ਨੀਲੇ ਵੀ ਇੱਕ ਬਾਨਰਾਂ ਦੀ ਜਿਹੜੀ ਜਾਤੀ ਮੰਨੀ ਗਈ ਹੈ। ਬਾਂਦਰ ਦਾ ਸੁਭਾਅ ਆਪਾਂ ਸਾਰੇ ਜਾਣਦੇ ਆ, ਬੜਾ ਇਹ ਚਲਾਕ ਹੁੰਦਾ ਹੈ। ਜਿਹੜੀ ਵੀ ਚੀਜ਼ ਹੱਥ ਦੇ ਵਿੱਚ ਆ ਗਈ ਉਹਨੇ ਲੈ ਕਰਕੇ ਦਰਖਤ ਤੇ ਛਾਲ ਮਾਰ ਦੇਣੀ ਹੈ। ਉਹਨਾਂ ਰਿਸ਼ੀਆਂ ਮੁਨੀਆਂ ਨੇ ਤੰਗ ਹੋ ਕਰਕੇ ਕਹਿ ਦਿੱਤਾ ਵੀ ਜਾਓ, ਤੁਹਾਡੇ ਹੱਥੋਂ ਤਾਂ ਜਿਹੜੇ ਵੱਡੇ ਵੱਡੇ ਪੱਥਰ ਉਹ ਵੀ ਪਾਣੀ ਦੇ ਵਿੱਚ ਨਹੀਂ ਡੁੱਬਣੇ ਹਨ। ਦਿੱਤਾ ਸਰਾਪ ਪਰ ਬਣ ਗਿਆ ਬਾਹਰ। ਜਦੋਂ ਇਨ ਭਗਵਾਨ ਜੀ ਨੇ ਸਮੁੰਦਰ ਨੂੰ ਪਾਰ ਕਰਨਾ ਸੀ, ਕਦੇ ਵੱਡੇ ਵੱਡੇ ਪੱਥਰਾਂ ਦਾ ਪੁਲ ਤਿਆਰ ਕਰਨ ਲੱਗੇ, ਪਰ ਉਹ ਪੱਥਰ ਇੱਕ ਦੂਜੇ ਦੇ ਨਾਲ ਤਾਂ ਜੁੜਦੇ ਸੀ ਜਦੋਂ ਉਹਨਾਂ ਦੇ ਉੱਪਰ ਇੱਕ ਤੇ ਰਾਰੇ ਨੂੰ ਕੰਨਾਂ ਤੇ ਦੂਜਾ ਰਾਮ ਲਿਖ ਦਿੰਦੇ ਸਨ। ਭਗਵਾਨ ਜੀ ਤਾਂ ਕਹਿੰਦੇ ਸਮੁੰਦਰ ਨੂੰ ਪਾਰ ਕਰਨ ਵਾਸਤੇ ਉਹਨਾਂ ਨੇ ਪੱਥਰਾਂ ਦਾ ਪੁਲ ਬੰਨਿਆ ਤੇ ਹਨੂਮਾਨ ਜੀ ਐਵੇਂ ਹੀ ਉਸ ਸਮੁੰਦਰ ਨੂੰ ਪਾਰ ਕਰ ਗਏ ਸਨ। ਸ੍ਰੀ ਰਘਵੀਰ ਨਾਮ ਲੈ ਪਾਰ ਪਰੈ ਜਗ ਮੈਂ ਬੜ ਭਾਗੀ, ਤਾਈ ਕੋ ਧਿਆਨ ਕਿਓ ਮੈਂ ਮਨ ਮੈਂ, ਮੋਏ ਬਾਰਦ ਲਾਂਗਤ ਵਾਰ ਨਾ ਲਾਗੀ। ਸਾਧ ਸੰਗਤ ਕਹਿੰਦੇ ਜਦੋਂ ਲਛਮਣ ਜੀ ਔਰ ਭਗਵਾਨ ਜੀ ਆਪਣੇ ਅਯੁੱਧਿਆਪੁਰੀ ਦੇ ਵਿੱਚ ਵਾਪਸ ਆ ਗਏ, ਇੱਕ ਰਾਜੇ ਨੇ ਹੀਰੇ ਮੋਤੀ ਜ਼ਵਾਰਾਂ ਦੇ ਨਾਲ ਚਮਕਦੀ ਹੋਈ ਜਿਹੜੀ ਮਾਲਾ ਭਗਵਾਨ ਜੀ ਦੇ ਚਰਨਾਂ 'ਚ ਭੇਟਾ ਕਰ ਦਿੱਤੀ। ਉਹਨਾਂ ਨੇ ਅੱਗੇ ਇਹ ਜਿਹੜਾ ਤੋਹਫਾ ਹੈ ਸੌਗਾਤ ਸੀਤਾ ਜੀ ਨੂੰ ਪਕੜਾ ਦਿੱਤੀ ਸੀ। ਉਹਨਾਂ ਨੇ ਸੋਚਿਆ ਵੀ ਹਨੂਮਾਨ ਜੀ ਬਹੁਤ ਵੱਡੇ ਵੱਡੇ ਪੁਰਸ਼ਾਰਥ ਕਰਨ ਵਾਲੇ ਹਨ। ਉਹਨਾਂ ਨੇ ਅੱਗੇ ਹਨੂਮਾਨ ਜੀ ਦੇ ਹੱਥ ਦੇ ਵਿੱਚ ਪਕੜਾ ਦਿੱਤੀ ਸੀ। ਰਾਜੇ ਨੇ ਸੋਚਿਆ ਵੀ ਕਿਤਨੀ ਸੋਹਣੀ ਬੇਕੀਮਤੀ ਵਸਤੂ ਮੈਂ ਭਗਵਾਨ ਜੀ ਦੇ ਚਰਨਾਂ 'ਚ ਭੇਟਾ ਕੀਤੀ, ਇਹਨਾਂ ਨੂੰ ਵੀ ਕੋਈ ਕਦਰ ਨਹੀਂ ਜਾਣੀ। ਅੱਗੇ ਤੋਂ ਅੱਗੇ ਇਹ ਵੰਡ ਦਿੱਤੀ ਹੈ। ਮਾਲਾ ਲੈ ਕਰਕੇ ਹਨੂਮਾਨ ਜੀ ਉਹਦੇ ਜਿਹੜੇ ਵੱਡੇ ਵੱਡੇ ਮਣ ਕੇ ਹੀਰੇ ਜਵਾਰ ਨੀਲਮਾ ਦੇ ਬਣੇ ਹੋਏ ਸੀ, ਮੂੰਹ ਦੇ ਨਾਲ ਪੱਲਣ ਲੱਗ ਪਏ। ਉਹ ਵੀ ਬੜਾ ਹੈਰਾਨ ਹੋ ਗਿਆ ਵੀ ਕਾਹਦੀ ਮਾਲਾ ਨੂੰ ਮਿਲ ਗਈ, ਤਾਂ ਦੰਦਾਂ ਦੇ ਨਾਲ ਮਣਕਿਆਂ ਨੂੰ ਭੰਨਣ ਲੱਗ ਪਿਆ। ਪੁੱਛਿਆ ਉਸ ਸਮੇਂ ਕਾਰਨ ਕੀ ਹੋ ਗਿਆ। ਹਨੂਮਾਨ ਜੀ ਕਹਿ ਲੱਗੇ ਵੇ ਭਾਈ, ਮਾਲਾ ਤਾਂ ਇਹ ਬੜੀ ਚਮਕਦੀ ਦਮਕੀ ਦੀ ਹੀਰੇ ਜਵਾਹਰ ਆਦਿਕਾਂ ਦੀ ਬਣੀ ਹੋਈ ਆ, ਪਰ ਮੈਂ ਦੇਖਦਾ ਵੀ ਇਹਦੇ ਵਿੱਚ ਕੋਈ ਭਗਵਾਨ ਦਾ ਨਾਮ ਹੈ ਜਾਂ ਨਹੀਂ। ਉਹ ਰਾਜਾ ਕਹਿਣ ਲੱਗਿਆ ਵੀ ਤੇਰੇ ਸਰੀਰ ਦੇ ਵਿੱਚ ਵਸ ਗਿਆ ਭਗਵਾਨ ਦਾ ਨਾਮ, ਤੂੰ ਮਾਲਾ ਨੂੰ ਐਵੇਂ ਲੈ ਕਰਕੇ ਭੰਨਣ ਲੱਗ ਪਿਆ।
ਤੇਰੇ ਸਰੀਰ ਦੇ ਵਿੱਚ ਹੈਗਾ ਭਗਵਾਨ ਜੀ ਦਾ ਨਾਮ ਵਸਿਆ ਹੋਇਆ। ਇਹ ਸੁਣ ਕਰਕੇ ਹਨੂਮਾਨ ਜੀ ਕਹਿੰਦਾ ਕਿ ਆ ਜਾ ਮੇਰੇ ਨੇੜੇ ਥੋੜਾ ਜਿਹਾ। ਆਪਣੀ ਛਾਤੀ ਤੋਂ ਮਾਸ ਪੁੱਟ ਕਰਕੇ ਉਹਨੂੰ ਕਹਿਣ ਲੱਗੇ ਕੰਨ ਲਗਾ ਕਰਕੇ ਸੁਣ ਲੈ, ਪਤਾ ਲੱਗ ਜੂ ਵੀ ਮੇਰੇ ਅੰਦਰ ਵਸਿਆ ਹੋਇਆ ਜਾਂ ਨਹੀਂ। ਪਰਮਾਤਮਾ ਦਾ ਨਾਮ ਵਸਿਆ। ਉਹ ਵੀ ਸੁਣ ਕਰਕੇ ਬੜਾ ਹੈਰਾਨ ਹੋ ਗਿਆ। ਜਦੋਂ ਕੰਨ ਛਾਤੀ ਦੇ ਨਾਲ ਲਗਾਇਆ, ਸਰੀਰ ਦੇ ਵਿੱਚੋਂ ਰਾਮ 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 ਦੀ ਧੁਨੀ ਉਹ ਰਾਜੇ ਦੇ ਕੰਨਾਂ ਦੇ ਵਿੱਚ ਸੁਣਾਈ ਦੇਣ ਲੱਗ ਪਈ ਸੀ। ਦੇ ਕਰਕੇ ਬੜਾ ਹੈਰਾਨ ਹੋ ਗਿਆ ਰਾਜਾ ਵੀ। ਇਹਨੇ ਤਾਂ ਭਗਵਾਨ ਜੀ ਦਾ ਨਾਮ ਆਪਣੇ ਜਿਸਮ ਦੇ ਅੰਦਰ ਵਸਾਇਆ ਹੋਇਆ ਹੈ। ਸਾਧ ਸੰਗਤ ਇਸ ਕਰਕੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਪਾਂ ਨੂੰ ਇੱਕੋ ਇੱਕ ਜਿਹੜੀ ਨਾਮ ਦੀ ਮਹਿਮਾ ਜੋ ਵੀ ਪਰਮਾਤਮਾ ਦੀ ਭਗਤੀ ਦੇ ਵਿੱਚ ਵੱਡੀਆਂ ਵੱਡੀਆਂ ਬਰਕਤਾਂ ਭਰੀਆਂ ਹੋਈਆਂ ਹਨ, ਉਹਦੇ ਬਾਰੇ ਪਤਾ ਲੱਗਦਾ ਹੈ। ਪਰ ਪ੍ਰਾਪਤ ਉਹਨਾਂ ਨੂੰ ਹੋਣੀਆਂ ਨੇ ਜਿਹੜੇ ਕਮਾਈ ਕਰਨ ਵਾਲੇ ਨੇ, ਵੱਡੇ ਭਾਗਾਂ ਵਾਲੇ ਗੁਰੂ ਕੇ ਪਿਆਰੇ। ਉਹਨਾਂ ਨੇ ਨਾਮ ਦੇ ਵਿੱਚੋਂ ਸਿਮਰਨ ਦੇ ਵਿੱਚੋਂ ਕਿਤਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ। ਪੁੰਨ ਸ੍ਰੀ ਅਰਜਨ ਗਤ ਦਾਈ, ਨਿਜ ਤੇ ਮਹਿਮਾ ਅਦਕ ਲਖਾਈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹ ਹਕੀਕਤ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤੀ ਸੀ। ਪੁੰਨ ਸ੍ਰੀ ਅਰਜਨ ਗਤ ਦਾਈ, ਨਿਜ ਤੇ ਮਹਿਮਾ ਅਦਕ ਲਖਾਈ। ਸ੍ਰੀ ਸੋ ਗ੍ਰੰਥ ਲਿਖ ਜਸ ਨਾਮੋ, ਤਾਤੇ ਅਦਮ ਪੈ ਸੁਖ ਧਾਮੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਮਹਾਰਾਜ ਨੇ ਨਾਮ ਦੀ ਮਹਿਮਾ ਲਿਖੀ ਹੋਈ ਹੈ। ਜਦੋਂ ਸਤਿਗੁਰੂ ਜੀ ਪੋਥੀਆਂ ਲੈ ਕਰਕੇ ਆਏ ਸੀ ਗੋਇੰਦਵਾਲ ਸਾਹਿਬ ਤੋਂ, ਉਸ ਸਮੇਂ ਮਹਾਰਾਜ ਨੇ ਆਪਣਾ ਜਿਹੜਾ ਆਸਣ ਥੱਲੇ ਲਗਾਇਆ ਹੋਇਆ ਸੀ। ਕਾਹਦੇ ਵਾਸਤੇ? ਸਾਧ ਸੰਗਤ ਇਹ ਨਾਮ ਦੀ ਬਾਣੀ ਦੀ ਜਿਹੜੀ ਮਹਿਮਾ ਨੂੰ ਸਾਰਿਆਂ ਨਾਲੋਂ ਉੱਚਾ ਦਰਸਾਉਣ ਦੇ ਲਈ ਮਹਾਰਾਜ ਨੇ ਆਪਣਾ ਜਿਹੜਾ ਆਸਣ ਧਰਤੀ ਦੇ ਉੱਪਰ ਲਗਾਇਆ ਸੀ। ਪੁੰਨ ਸ੍ਰੀ ਅਰਜਨ ਗਤ ਦਾਈ, ਨਿਜ ਤੇ ਮਹਿਮਾ ਅਦਕ ਲਖਾਈ। ਥੱਲੇ ਸਤਿਗੁਰੂ ਜੀ ਨੇ ਧਰਤੀ ਦੇ ਉੱਪਰ ਹੀ ਆਰਾਮ ਕੀਤਾ ਸੀ। ਜਿਤਨੇ ਵੀ ਦੁਨੀਆ ਦੇ ਵਿੱਚ तमाम ਧਾਰਮਿਕ ਗ੍ਰੰਥ ਰਿਸ਼ੀਆਂ ਮੁਨੀਆਂ ਪੀਰ ਪਕੰਬਰ ਔਲੀਆਂ ਦੇ ਰਚੇ ਹੋਏ ਨੇ, ਉਹਨਾਂ ਦੇ ਵਿੱਚ ਇੱਕੋ ਇੱਕ ਬੰਦਗੀ ਦਾ ਜਿਹੜਾ ਪ੍ਰਤਾਪ, ਸਿਮਰਨ ਦੀਆਂ ਜਿਹੜੀਆਂ ਬਰਕਤਾਂ ਹੀ ਬੜੇ ਵਿਸਤਾਰ ਦੇ ਨਾਲ ਲਿਖੀਆਂ ਹੋਈਆਂ ਨੇ। ਸੋ ਅੱਜ ਦੇ ਦਿਨ ਦੁਸਹਿਰਾ ਹੋਣ ਦੇ ਕਾਰਨ ਗਲੀਆਂ ਬਾਜ਼ਾਰਾਂ ਦੇ ਵਿੱਚ ਲੋਕਾਂ ਦੀ ਕਿਤਨੀ ਭੀੜ ਲੱਗੀ ਹੋਈ ਹੈ। ਆਪੋ ਆਪਣੇ ਸਾਕ ਸੰਬੰਧੀਆਂ ਔਰ ਰਿਸ਼ਤੇਦਾਰਾਂ ਦੇ ਵਿੱਚ ਕਿਤਨੇ ਜਿਹੜੇ ਮਿਸ਼ਟਾਨ ਇੱਕ ਸਤਿਕਾਰ ਦੇ ਤੌਰ ਤੇ ਭੇਜੇ ਜਾਂਦੇ ਹਨ। ਤੇ ਉੱਥੇ ਜਿਹੜਾ ਗੁਰਮੁਖ ਪਰਿਵਾਰ ਉਹ ਸਤਿਗੁਰੂ ਜੀ ਦੇ ਮੁਬਾਰਕ ਚਰਨ ਆਪਣੇ ਘਰ ਦੇ ਵਿੱਚ ਪਵਾਉਂਦਿਆਂ ਕਈ ਸਾਲ ਲਗਾਤਾਰ ਹੋ ਚੁੱਕੇ ਹਨ। ਸੋ ਠੇਕੇਦਾਰ ਸਾਹਿਬ ਇਹਨਾਂ ਦੇ ਮਨ ਦੇ ਵਿੱਚ ਵੀ ਬੜੀ ਸ਼ਰਧਾ ਭਾਵਨਾ ਬਣੀ ਹੋਈ ਹੈ। ਜਦੋਂ ਵੀ ਦੁਸਹਿਰਾ ਆ ਜਾਏ ਪਹਿਲਾਂ ਹੀ ਸਾਰਾ ਪਰਿਵਾਰ ਆਪਣੀਆਂ ਤਿਆਰੀਆਂ ਕਰ ਲੈਂਦੇ ਹਨ। ਸਾਧ ਸੰਗਤ ਇਹ ਜਿਹੜੀ ਸ਼ਰਧਾ ਭਾਵਨਾ ਯਕੀਨ ਵਿਸ਼ਵਾਸ ਕਹਿ ਲਓ ਹਰੇਕ ਦੇ ਮਨ ਦੇ ਵਿੱਚ ਕਦੇ ਪੈਦਾ ਨਹੀਂ ਹੋਏਗਾ। ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਬੜੀ ਮਹਾਨ ਰਹਿਮਤ ਕਿਰਪਾ ਹੋ, ਫਿਰ ਸਤਿਗੁਰੂ ਜੀ ਦਾ ਆਪਣੇ ਵੱਲੋਂ ਬੜਾ ਮਾਣ
ਸਤਿਕਾਰ ਵੀ ਸੰਗਤਾਂ ਦੇ ਵਿੱਚ ਕਰਦੇ ਹਨ। ਕਰ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ। ਮਨ ਤੇ ਵਿਸਰਿਓ ਸਗਲੋ ਧੰਦਾ, ਗੁਰ ਕੀ ਚਰਨੀ ਲਾਏ। ਸਾਧ ਸੰਗ ਚਿੰਤਾ ਵਰਾਨੀ ਛਾਡੀ, ਅਹੰ ਬਦ ਮੋਹ ਮਨ ਵਾਸਨ। ਦੇ ਕਰ ਗਢਾ ਗਾਡੀ, ਨਾ ਕੋ ਮੇਰਾ ਦੁਸ਼ਮਨ ਰਹਿਆ। ਨਾਮ ਕਿਸਕੇ ਬਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ। सतगुर ते सोजी पाई, सब को मीत। हम आपन कीना, हम सबना के साजन। दूर परायो मन का बिरहा, ता मेल कहियो मेरे राजन। बिन स्यो टीठा अमृत बूठा, शब्द लगो गुर मीठा। जल थल महियल सरबन वासी, नानक ਰਾਹ ਮਈਆ ਡੀਟਾ। ਉਹਨਾਂ ਨੇ ਤਾਂ ਸਾਧ ਸੰਗਤ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਆ ਜਰੇ ਜਰੇ ਦੇ ਵਿੱਚ ਇੱਕ ਭਗਵਾਨ ਦੇ ਹੀ ਦਰਸ਼ਨ ਕਰ ਲਏ ਸਨ। ਬੰਧਨ ਤੇ ਛੁਟਕਾਏ, ਜੀ ਕਰ ਕਿਰਪਾ ਦਿਓ ਮੋਹਿ ਨਾਮਾ। ਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ। ਬੰਧਨ ਤੇ ਛੁਟਕਾਏ ਜੀ, ਬੰਧਨ ਤੇ ਛੁਟਕਾਏ ਜੀ, ਦਿਓ ਮੋਹਿ ਨਾਮਾ। ਬੰਧਨ ਤੇ ਛੁਟਕਾਏ ਜੀ, ਕਰ ਕਿਰਪਾ ਦਿਓ ਮੋਹਿ ਨਾਮਾ। ਛੁਟਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ। ਬੰਧਨ ਕਾਏ ਜੀ ਕਰ ਕਿਰਪਾ ਦਿਓ ਮੋਹਿ ਨਾਮਾ। ਕਹਿ ਕਤੈ ਨ ਛੂਟੀ ਹੈ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ। आओ साध संगत दादी इतनी हाजिरी प्रवान करनी। ठेकेदार साहब भाई साहब भाई राजेंद्र सिंह उन्होंने सतगुरु सच्चे पातशाह दे मुबारक अपने घर दे विच भी पवाए ने, और अभी बाणी दे जा भी हरेक साल की तरह करवाए हैं। सो सतगुरु सच्चे पातशाह परिवार नूं सारिया संगतां नूं अपने दरों करो गुरसिੱਖੀ नाम दी दात चढ़दी कला बख्शण। इन्हां विचारां नूं भी आपां ने अपने हिरदे दे अंदर बसाउण दा प्रचारित करना है। जिथे ठेकेदार साहब सतगुरु जी दे मुबारक चरण बड़े प्यार सत्कार दे नाल पवाउंदे ने उत्ते पाई। गुरु बाबा जी दी बड़ी किरपा भी है, रहमती भी है। कई देखो आ माया वालों बड़ी है तंगी कटदे हन। हुण बड़ा जिहड़ा है खतरनाक समा सारियां दे उपर आया सी। जिहड़े विचारे मजदूरी करके गुजारा करन वाले किहो जिहा बड़ा जिहड़ा भयानक दुखदाई ये सारियां ने अखां दे नाल देख लिया। साध संगत जिवें आपां सुणदे ना, ये धार्मिक ग्रंथां दे विच भी कदे कदे महापरलो आउंदी है। इस बीमारी ने दे लो सारी दुनिया दे उपर किहो जिहा अपना असर कर लिया सी। बड़े बड़े जिहड़े देश उन्हां दे विच भी कारोबार बिल्कुल ठप हो चुके हैं। बड़े कष्ट दुनियावी लोगों नूं भोगने पे हैं, पर इन्हां दे उपर बड़ी किरपा रही है। कारोबार भी बथेरे खुले परमात्मा ने बख्शे हुए हैं। उत्थे घर दे विच पुत्रां दी दात कईयां नूं पुत्र मिल जांदे ने, पर वो
ਵਿਗੜ ਵੀ ਜਾਂਦੇ ਨੇ। ਪਰ ਇਹਨਾਂ ਦੇ ਜਿਹੜੇ ਬੱਚੇ ਗੁਰ ਸਿੱਖ ਕੋਈ ਵੀ ਇਹ ਨਸ਼ਾ ਪਤਾ ਨਹੀਂ ਵਰਤਦੇ ਹਨ। ਬੱਚੇ ਵੀ ਮਾਤਾ ਪਿਤਾ ਦੇ ਆਗਿਆਕਾਰੀ ਔਰ ਜਿਨ੍ਹਾਂ ਨੇ ਉੱਚ ਵਿਦਿਆ ਵੀ ਪ੍ਰਾਪਤ ਕੀਤੀ ਹੋਈ ਹੈ, ਇੱਕ ਸਤਿਗੁਰੂ ਜੀ ਦੀ ਕਿਰਪਾ ਹੀ ਹੈ, ਰਹਿਮਤ ਹੈ। ਆਪਾਂ ਦੇਖਦੇ ਹਾਂ ਵੀ ਕਈ ਕਰੋੜਾਂ ਦੇ ਮਾਲਕ ਬਣ ਕੇ ਵੀ ਔਲਾਦ ਤੋਂ ਵਿਚਾਰੇ ਸਾਰੀ ਜ਼ਿੰਦਗੀ ਬੜੇ ਤੜਫਦੇ ਹੀ ਰਹਿੰਦੇ ਹਨ ਵੀ ਬਥੇਰੇ ਉਹ ਮਾਇਆ ਦੇ ਖਜ਼ਾਨੇ ਭਰੇ ਪੈਣ, ਬੈਂਕਾਂ ਦੇ ਵਿੱਚ ਜਮ੍ਹਾਂ ਕੀਤੀ ਹੈ, ਸਾਡੇ ਕੰਮ ਤਾਂ ਹੋਣੀ ਨਹੀਂ। ਕੋਈ ਵੀ ਬੱਚਾ ਅਜੇ ਤੱਕ ਪਰਮਾਤਮਾ ਨੇ ਬਖਸ਼ਿਆ ਨਹੀਂ। ਇਹ ਵੀ ਇੱਕ ਬਹੁਤ ਵੱਡੀ ਮਹਾਨ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਹੋਇਆ ਕਰਦੀ ਹੈ। ਸੋ ਆਓ ਭਾਈ ਹੁਣ ਸਾਰੇ ਪ੍ਰੇਮੀ ਪਹਿਲਾਂ ਸ਼ਲੋਕ ਦੇ ਵਿੱਚ ਬੋਲੋ, ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਨੇ ਸਾਰਿਆਂ ਨੇ ਰਲ ਮਿਲ ਕਰਕੇ ਅਰਦਾਸ ਬੇਨਤੀ ਜ਼ੋਦੜੀ ਵੀ ਕਰਨੀ ਹੈ। ਸਤਿਗੁਰੂ ਜੀ ਐਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਨੂੰ ਸੇਵਾ ਭਗਤੀ ਨਿਤਨੇਮ ਔਰ ਗੁਰੂ ਚਰਨਾਂ ਦੇ ਨਾਲ ਜੁੜਨ ਦਾ ਜਿਹੜਾ ਉਦਮ ਪ੍ਰਸ਼ਾਰਤ ਬਖਸ਼ਣ ਦੀ ਕਿਰਪਾਲਤਾ ਕਰਨ। ਸੋ ਆਓ ਭਾਈ ਹੁਣ ਸਾਰੇ ਪਹਿਲਾਂ ਆਨੰਦ ਸਾਹਿਬ ਦੇ ਵਿੱਚ ਬੋਲੋ, ਫਿਰ ਸਾਰੀਆਂ ਸੰਗਤਾਂ ਨੇ ਅਰਦਾਸ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰਨੀ ਹੈ। ਉੱਥੇ ਆਪਾਂ ਨੇ ਸਤਿਗੁਰੂ ਜੀ ਦਾ ਜਿਹੜਾ ਮਾਣ ਸਤਿਕਾਰ ਵੱਧ ਤੋਂ ਵੱਧ ਕਰਨਾ ਵੀ ਸਿੱਖਣਾ ਹੈ। ਰਾਮ ਕਲੀ ਮਹਲਾ ਤੀਜਾ, ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਦੂਤਾ ਗਾਵੋ ਹਰੀ ਕੇਰਾ ਇਹਨੇ ਬੁਝਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰੋ ਤੂੰ ਮਨ ਮੇਰੇ ਉਗਜਾਵ ਵਿਗਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਹਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵਤ ਸਲਾ ਤੇਰੀ ਹਮ ਮਨ ਬੁਝਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਨਾਮ ਮੇਰਾ ਆਧਾਰੋ ਸਚ ਨਾਮ ਉਦਾਰ ਮੇਰਾ ਭੁਖਾ ਗਾਵ ਗਵਾਈਆਂ। ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਏ ਵਾਡਿਆਈਆਂ। ਕਹਿ ਨਾਨਕ ਸੋਹਣੋ ਸੰਤੋ ਉਤਰੋ ਪਿਆਰੋ ਚਾਚਾ। ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ।
ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀਓ ਸਗਲਾ ਮਨੋਰਥ ਪੂਰੈ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਜ਼ਰਸੇ ਪ੍ਰੈ ਗੁਰ ਤੇ ਜਾਣੇ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਤੂੰ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਹੋਤਾ ਕਰ ਤੁਮ ਆਤ। ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੇ ਆਪੋ ਆਪਣੀ ਤੇ ਨੇੜਾ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਫੇਰ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਤੁਮਰੀ ਕਹਿ। ਨੀ ਨਾਨਕ ਦਾਸ ਜੇ ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ। ਵਾਹਿਗੁਰੂ 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 ਵਾਹਿ ਜੀਓ। ਤਿਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ। ਤਾਕੋ ਵਿਗਨਾ ਕੋ ਲਾਗੇ या की ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੇ ਧਾਏ। ਸਭ ਥਈ ਹੁਨਾ ਜੀ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹੀ ਦੀ ਜਾਗਦੀ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਉਪਦੇਸ਼ ਜੀ ਕਾ ਧਿਅੰਤਰ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ। ਵਾਹਿਗੁਰੂ ਹਜੂਰ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਾਠੀਆਂ ਜਾਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਸਿੱਧਗਵਾਨ ਸਿੱਖਾਂ ਦੇ ਘਾਲ ਕਮਾਈ ਦਾ ਧਿਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਣੀਆਂ ਲੋਹਾਈ ਚੜਖੜੀਆਂ ਤੇ ਚੜੇ। ਤਨ ਹਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ। ਤਿਨਾਂ ਦੀ ਘਾਲ ਕਮਾਈ ਦਾ ਧਿਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰਧਾਮਾਂ ਜੀ ਕਾ ਧਿਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਵਾਹਿਗੁਰੂ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਾਵਨ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ। ਧਰਮ ਕਾ ਜੈ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲਣਾ ਜੀ। ਵਾਹਿਗੁਰੂ ਆਪ ਜੀ ਕੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ।
ਨਿਓਟਿਆਂ ਦੀ ਓਟ ਗੁਰੂ ਦੀਨ ਦਿਆਲ, ਭਗਤ ਵਛਲ ਕਰਨਾ ਨਿਧਾਨ, ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀ ਆਪ ਜੀ ਅੰਦਰ ਘਰ ਦੇ ਪ੍ਰੀਤਵਾਨ ਭਾਈ ਹਰਚੰਦ ਸਿੰਘ, ਉਹਨਾਂ ਦੇ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਉਹਨਾਂ ਦੇ ਪੁੱਤਰ ਭਾਈ ਹਰਜਿੰਦਰ ਸਿੰਘ ਠੇਕੇਦਾਰ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ। ਪਰਸੋਂ ਰੋਜ਼ ਤੋਂ ਆਪਣੇ ਗ੍ਰਹਿ ਵਿਖੇ ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ, ਜਿਹਦੇ ਮਹਾਵਾਕਾਂ ਅਨੁਸਾਰ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ। ਸੰਜਨਾ ਦੇ ਮਹਾਰਾਜ ਜੀ ਅੰਮ੍ਰਿਤ ਵੇਲੇ ਸੰਪੂਰਨਤਾਈ ਭੋਗ ਪਾਏ ਗਏ। ਉਪਰੰਤ ਮਹਾਰਾਜ ਜੀ ਖੋਲੇ ਪੰਡਾਲਾਂ ਵਿੱਚ ਦੀਵਾਨ ਸਜੇ ਸਜੇ, ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਦੇ ਵਿਚਾਰਾਂ ਹੋਈਆਂ। ਮਹਾਰਾਜ ਜੀ ਗੁਰਬਾਣੀ ਦੇ ਕੀਰਤਨ ਕਰਦੇ ਆ, ਗੁਰਮਤਿ ਦੀਆਂ ਵਿਚਾਰਾਂ ਕਰਦੇ ਆ। ਮਹਾਰਾਜ ਜੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ, ਆਪ ਜੀ ਨੇ ਅਣਜਾਣ ਬੱਚੇ ਅਣਜਾਣ ਸੇਵਕ ਸਮਝ ਕੇ ਮਾਫ ਕਰਨਾ, ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਨਿਰਮਲ ਬੁੱਧੀ ਬਖਸ਼ਿਸ਼ ਕਰਨੀ। ਜੀ ਮਹਾਰਾਜ ਜੀ ਸੁਧ ਬਾਣੀ ਪੜ੍ਹਨ ਦੀ, ਸੁਧ ਸੇਵਾ ਸੰਭਾਲ, ਕੀਰਤਨ ਵਿਖਿਆਨ ਕਰਨ ਦੀ ਦਾਤ ਬਖਸ਼ਿਸ਼ ਕਰਨੀ। ਮਹਾਰਾਜ ਜੀ ਗੁਰਬਾਣੀ ਦੁਆਰਾ ਹੋਈਆਂ ਵਿਚਾਰਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਵਸਾਓ। ਆਪਨ ਦਰੁ ਘਰੁ ਗੁਰਸਿੱਖੀ ਨਾਮ ਕੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਮਹਾਰਾਜ ਜੀ ਕਿਰਪਾ ਕਰਨੀ, ਜਿਸ ਆਸੇ ਨੂੰ ਮਨੋਰਥ ਨੂੰ ਮਿਖ ਲੈ ਕਰਕੇ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨ ਪਰਸਨ ਸੋ ਸੁਭ ਮਨੋ ਭਾਵਨਾ ਗੁਰਮਤਿ ਅਨੁਸਾਰ ਸੰਪੂਰਨ ਕਰਨੀ। ਸਾਰੇ ਹੀ ਪਰਿਵਾਰ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ, ਮੇਲ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਦੇਹ ਰੋਗਤਾ ਤੰਦਰੁਸਤੀ ਦੀ ਦਾਤਾਂ ਬਖਸ਼ਿਸ਼ ਕਰਨੀਆਂ। ਦਰ ਘਰ ਦੇ ਨਾਮ ਦੇ ਰੰਗ ਮਹਾਂਪੁਰਸ਼ਾਂ ਦਾ ਸੰਗ ਬਖਸ਼ਿਸ਼ ਕਰਨਾ। ਮਹਾਰਾਜ ਜੀ ਦਰੋ ਘਰੋ ਗੁਰਸਿੱਖੀ ਦਾਤ ਬਖਸ਼ਿਸ਼ ਕਰਨੀ। ਮਹਾਰਾਜ ਜੀ ਕਿਰਪਾ ਕਰਨੀ, ਬੱਚਿਆਂ ਦੇ ਸੀਸ ਤੇ ਮਹਿਰਾ ਭਰਿਆ ਹੱਥ ਰੱਖਣਾ, ਮਾਤਾ ਪਿਤਾ ਦਾ ਆਗਿਆਕਾਰੀ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਮਹਾਰਾਜ ਜੀ ਸੁਭ ਤਰ੍ਹਾਂ ਕਰਕੇ ਮਿਹਰ ਕਰਨੀ, ਕਿਰਤ ਕਮਾਈ ਚ ਵਾਧੇ ਕਰਨੇ। ਮਹਾਰਾਜ ਜੀ ਸੁਭ ਤਰ੍ਹਾਂ ਕਰਕੇ ਮਿਹਰ ਕਰਨੀ। ਸੇਵਕਾਂ ਵੱਲੋਂ ਆਪ ਜੀ ਨੇ ਬਖਸ਼ਿਆ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੇਖ ਸਜ ਕਰ ਹਾਜ਼ਰ ਹੋਏ, ਨਾਲ ਹੀ ਗੁਰੂ ਕੇ ਲੰਗਰਾਂ ਚੋਂ ਪ੍ਰਸ਼ਾਦੇ ਦਾ ਥਾਲ ਸਜ ਕਰ ਹਾਜ਼ਰ ਹੋਇਆ। ਆਪ ਜੀ ਕਿਰਪਾ ਕਰੋ, ਅਨੇਕ ਪ੍ਰਕਾਰ ਭੋਜਨ ਮੋਹ ਕੀਏ, ਬਹੁ ਵਿਅੰਜਨ ਮਿਸ਼ਟਾਏ, ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਓ, ਭੋਗ ਹਰ ਰਾਏ ਭੋਗ ਲੱਗੇ ਸਿਤ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ। ਜੋ ਜੀ ਛਕੇ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਜੀ ਮਹਾਰਾਜ ਜੀ ਇਸ ਵਕਤ ਆਪ ਜੀ ਦੇ ਦਰ ਤੇ ਜੋ ਜੀ ਮਾਈ ਭਾਈ ਦੂਰੋਂ ਨੇੜੋਂ ਚੱਲ ਕਰਕੇ ਤਿਲ ਫੁੱਲ ਭੇਟਾ ਲੈ ਕਰ ਹਾਜ਼ਰ ਹੋਏ, ਤਨਾਂ ਦੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਚੱਲੇ ਹੋਏ ਕਦਮ ਕਦਮ ਲੇਖੇ ਲਾਣੇ, ਸਭ ਦੇ ਘਰਾਂ ਸਭ ਦੇ ਮਨਾਂ ਸਭ ਦੇ ਪਰਿਵਾਰਾਂ ਸੁਖ ਸ਼ਾਂਤੀ ਵਰਤਾਣੀ, ਸਭ ਦੇ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀ, ਕਾਰਜ ਰਾਸ ਕਰਨੇ। ਮਹਾਰਾਜ ਜੀ ਕਿਰਪਾ ਕਰੋ, ਆਈ ਸੰਗਤ ਨੂੰ ਇਲਾਹੀ ਪਾਵਨ ਹੁਕਮ ਬਖਸ਼ ਕਰ ਨਿਹਾਲ ਕਰੋ। ਮਹਾਰਾਜ ਜੀ ਸਰਬਤ ਦੇ ਕਾਰਜ ਰਾਸ ਕਰਨੇ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਮਹਾਰਾਜ ਜੀ ਕਿਰਪਾ ਕਰੋ, ਆਈ ਸੰਗਤ ਨੂੰ ਇਲਾਹੀ ਪਾਵਨ ਹੁਕਮ ਬਖਸ਼ ਕੇ ਨਿਹਾਲ ਕਰੋ। ਸੁਖ ਹੋਵੇ ਗੁਰੂ ਨਾਮ ਚਿੱਤੇ ਆਵੇ, ਧੰਨ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारिक तुमरे तारे। जेहवा एक कवन गुण कहिए, बेसुमार बेअंत स्वामी। तेरो अंत ना किन्ही लहिए, रहाओ कोट अपराध हमारे खंडो। अनक विधि समझावो, हम अज्ञान अल्प मत थोरी। तुम आपन बिरद रखावो, तुमरी शरण तुम्हारी आसा। तुम ही सजन सोहेले, राखो राखन हार दयाला। नानक करके गोले, तुमरी शरण तुम्हारी आसा। तुम ही सजन सोहेले, राखो राखन हार दयाला। नानक करके गोले। वाहिगुरु जी का खालसा, वाहिगुरु जी की फतेह।